ਰੇਡੀਓ ਲੋਹਗੜ੍ਹ ਸੁਣ ਰਹੇ ਸਮੂਹ ਸਰੋਤਿਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਹਫ਼ਤਾਵਾਰੀ ਪ੍ਰੋਗਰਾਮ ਸਮੀਖਿਆ, ਜਿਸ ਦੇ ਵਿੱਚ ਹਰ ਐਤਵਾਰ ਦੀ ਤਰ੍ਹਾਂ ਮੈਂ ਗੁਰਿੰਦਰ ਸਿੰਘ ਤੇ ਮੇਰੇ ਨਾਲ ਵੀਰ ਵਰਪਾਲ ਸਿੰਘ ਹਾਜ਼ਰ ਨੇ ਜੀ। ਅਸੀਂ ਆਪ ਜੀ ਦੇ ਨਾਲ ਪਿਛਲੇ ਦਿਨਾਂ ਤੋਂ ਜਿਹੜੀ ਲੜੀਵਾਰ ਚਰਚਾ ਜੀ ਸ਼ੁਰੂ ਕੀਤੀ ਹੋਈ ਹੈ ਕਿ 1973 ਦਾ ਜਿਹੜਾ ਮਤਾ ਸੀ ਉਹਨੂੰ ਆਧਾਰ ਬਣਾ ਕੇ ਅਸੀਂ ਆਪ ਜੀ ਦੇ ਨਾਲ ਡਿਸਕਸ ਕਰ ਰਹੇ ਸੀ ਕਿ ਉਸ ਸਮੇਂ ਸਾਡੇ ਜਿਹੜੇ ਰਾਜਨੀਤਿਕ ਧਾਰਮਿਕ ਹਾਲਾਤ ਕਿਹੋ ਜਿਹੇ ਸਨ ਅਤੇ ਉਹਨਾਂ ਹਾਲਾਤਾਂ ਦੇ ਵਿੱਚੋਂ 47 ਦੀ ਜਿਹੜੀ ਕਹੀ ਜਾਂਦੀ ਆਜ਼ਾਦੀ ਤੋਂ ਬਾਅਦ 73 ਤੱਕ ਦੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਜਿਹੜੀਆਂ ਮੰਗਾਂ ਸਨ ਉਹ ਸਾਡੀ ਲੀਡਰਸ਼ਿਪ ਨੇ ਉਭਾਰੀਆਂ ਉਦੋਂ, ਅਤੇ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਮਤੇ ਦੇ ਤਹਿਤ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਜਿਹੜਾ ਲਿਆਂਦਾ ਸੀ। ਸੋ ਕਿਉਂਕਿ ਸਾਨੂੰ ਸਮਝਣ ਦਾ ਵਿਸ਼ਾ ਇਹ ਸੀਗਾ ਕਿ 47 ਤੋਂ ਬਾਅਦ ਜਿਹੜੀ ਆਜ਼ਾਦੀ ਸੀ, ਜਿਹੜੇ ਵਾਅਦੇ ਸਾਡੇ ਨਾਲ ਕਰੇ ਗਏ ਸਨ, ਉਹਨਾਂ ਤੋਂ ਕਿਸ ਤਰੀਕੇ ਦੇ ਨਾਲ ਬੇਈਮਾਨੀ ਦੇ ਨਾਲ ਜਾਣੀ ਵਿਸ਼ਵਾਸਘਾਤ ਦੇ ਨਾਲ ਜਿਹੜੀ ਹੈ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਦੀ ਜਿਹੜੀ ਜੁੰਡਲੀ ਆ ਉਹ ਕਿਸ ਤਰੀਕੇ ਨਾਲ ਉੱਥੋਂ ਮੁੱਕਰ ਕੇ ਸਾਡੇ ਨਾਲ ਉਹਨਾਂ ਨੇ ਫਿਰ ਜਿਹੜਾ ਵਿਸ਼ਵਾਸਘਾਤ ਕਰਕੇ ਜਿਹੜੀ ਇੱਕ ਵਿਤਕਰਾ ਸਾਡੇ ਨਾਲ ਸ਼ੁਰੂ ਕਰ ਦਿੱਤਾ ਸੀ। ਤਾਂ ਉਹਦੇ ਸਾਰੇ ਦੇ ਵਿੱਚੋਂ ਜਿਹੜੀਆਂ ਜਿਹੜਾ ਉਭਾਰ ਕੌਮ ਦੇ ਵਿੱਚ ਆਇਆ ਸੀ, ਤਾਂ ਉਹਦੇ ਤਹਿਤ ਉਦੋਂ ਦੀ ਜਿਹੜੀ ਸਾਡੀ ਲੀਡਰਸ਼ਿਪ ਸੀ ਉਹਨੇ ਜਿਹੜੀਆਂ ਮੰਗਾਂ ਨੂੰ ਕਲਮਬੰਦ ਕੀਤਾ ਆਨੰਦਪੁਰ ਸਾਹਿਬ ਦੇ 73 ਵਾਲਾ ਮਤਾ ਜਿਹਨੂੰ ਕਹਿੰਦੇ ਆ ਉਹ ਕਿਹੜੀਆਂ ਸਨ। ਇਹਨਾਂ ਗੱਲਾਂ ਦੀ ਲੋੜ ਇਸ ਕਰਕੇ ਪਈ ਹੈ ਕਿ ਅਸੀਂ ਉਸ ਤੋਂ ਵੀ ਹੁਣ ਮਾੜੇ ਹਾਲਾਤਾਂ ਵੱਲ ਚਲੇ ਗਏ ਹਾਂ। ਜੇ ਅਸੀਂ ਅੱਜ ਦੇ ਹੁਣ ਹਾਲਾਤ ਦੇਖ ਰਹੇ ਹਾਂ, ਕਰੰਟ ਜੋ ਅੱਜ ਕੱਲ੍ਹ ਚੱਲ ਰਿਹਾ ਕਿ ਕਦੇ ਟਾਡਾ ਕਦੇ ਪੋਟਾ ਕਦੇ ਆ UAPA ਵਰਗੇ ਕਾਨੂੰਨ, ਉਹ ਸਾਡੇ ਵਰਗੀਆਂ ਘੱਟ ਗਿਣਤੀਆਂ ਨੂੰ ਦਬਾਉਣ ਦੇ ਲਈ ਉੱਥੇ ਵਰਤੇ ਜਾਂਦੇ ਨੇ। ਅਤੇ ਹੁਣ ਤਾਂ ਹਾਲਾਤ ਇਹ ਹੋ ਗਏ ਕਿ ਉਦੋਂ ਤਾਂ ਅਸੀਂ ਜਿਹੜੀਆਂ ਮੰਗਾਂ ਰਿਟਨ ਰੂਪ ਦੇ ਵਿੱਚ ਉਹਨਾਂ ਨੂੰ ਕਲਮਬੱਧ ਕਰਕੇ ਉਹਨਾਂ ਨੂੰ ਆਪਣੇ ਯਾਨੀ ਕੌਮੀ ਨਿਸ਼ਾਨੇ ਮਿੱਥ ਕੇ ਅਤੇ ਅਸੀਂ ਕੋਈ ਐਜੀਟੇਸ਼ਨ ਵਿੱਢ ਕੇ ਇੱਕ ਕੋਈ ਯਾਨੀ ਸ਼ਾਂਤਮਈ ਜਿਹੜੀ ਆ ਕੋਈ ਸੰਘਰਸ਼ ਇਹਨਾਂ ਦੇ ਨਾਲ ਕਰਨ ਦੇ ਜਿਹੜਾ ਦੇ ਸਮਰੱਥ ਸੀ ਅਤੇ ਅਸੀਂ ਕੀਤਾ ਵੀ ਆ। ਅੱਜ ਤਾਂ ਸਾਡੀ ਹਾਲਾਤ ਉਹ ਤੋਂ ਵੀ ਕਿਤੇ ਮਾੜੀ ਚਲੇ ਗਈ ਆ। ਅੱਜ ਤਾਂ ਉਹ ਕਹਿੰਦੇ ਵੀ ਜੇ ਕੋਈ ਨਾ ਵੀ ਲੈਂਦਾ ਤਾਂ ਉਹਦੇ ਉੱਤੇ ਇਹ ਕਾਨੂੰਨ ਲਾ ਕੇ ਉਹਨੂੰ ਉਹ ਅੰਦਰ ਸਿੱਟ ਦਿੰਦੇ ਆ, ਅਤੇ ਉਹਨਾਂ ਦੇ ਹੱਕ ਵਿੱਚ ਵੀ ਕੋਈ ਹਾ ਦਾ ਨਾਰਾ ਨਹੀਂ ਮਾਰਦਾ ਕਿ ਤਾਂ ਮੈਨੂੰ ਐਂਟੀ ਰਾਸ਼ਟਰ ਦੇ ਜਿਹੜਾ ਉਹ ਗਰਦਾਨ ਕੇ ਕਿ ਮੇਰੇ 'ਤੇ ਕੋਈ ਕਾਰਵਾਈ ਨਾ ਹੋਵੇ। ਹੁਣ ਸਾਡੀ ਲੀਡਰਸ਼ਿਪ ਦੀ ਇਹ ਹਾਲਾਤ ਹੋਈ ਪਈ ਆ। ਬਿਲਕੁਲ। ਅਤੇ ਯਾਨੀ ਤੁਸੀਂ ਇਸ ਗੱਲ ਨੂੰ ਅੰਦਾਜ਼ਾ ਲਾ ਲਓ ਕਿ ਬਾਕੀ ਸਾਡੇ ਜਿਹੜਾ ਆਵਾਮ ਆ, ਜਿਹੜਾ ਸਾਡਾ ਆਮ ਜਨ ਸਧਾਰਨ ਆ, ਉਹਦੀ ਹਾਲਾਤ ਕਿਆ ਹੋਊਗੀ, ਅਤੇ ਉਹਦੀ ਜਿਹੜੀ ਹੁਣ ਦਾ ਜਿਹੜਾ ਦਿਮਾਗੀ ਹਾਲਤ ਹੈ ਅਤੇ ਉਹ ਕਿੰਨੀ ਦਹਿਸ਼ਤ ਜਿਹੜੀ ਉਹ ਸਟੇਟ ਦੀ ਉੱਥੇ ਪੈ ਚੁੱਕੀ ਹੋਈ ਹੈ ਕਿ ਜਾਣੀ ਸਾਨੂੰ ਬਿਲਕੁਲ ਵੀ ਪਤਾ ਨਹੀਂ। ਅਤੇ ਜਿਹੜੇ ਘਟਨਾਕ੍ਰਮ ਜਾਣੀ 73 ਤੋਂ ਬਾਅਦ ਤੇ ਲੈ ਕੇ ਹੁਣ ਤੱਕ ਦੇ ਹੋਏ ਆ, ਉਹਨਾਂ ਸਾਰਿਆਂ ਦੇ ਵਿੱਚ ਸਰਕਾਰੀ ਧਿਰ ਨੇ ਤਾਂ ਸਾਨੂੰ ਦੋਸ਼ੀ ਗਰਦਾਨੇ ਹੀ ਗਰਦਾਨੇ ਆ। ਕਈ ਸਾਡੇ ਆਪਣੇ ਸਰੂਪ ਦੇ ਵਿੱਚ ਵੀ ਸਾਨੂੰ ਇਹ ਦੋਸ਼ੀ ਸਿੱਧ ਕਰਨ ਦੇ ਉੱਤੇ ਪੂਰਾ ਜ਼ੋਰ ਲਾ ਰਹੇ ਨੇ। ਇਸੇ ਕਰਕੇ ਅਸੀਂ ਜਿਹੜੀ ਇਹ ਗੱਲਬਾਤ ਆਪ ਜੀ ਦੇ ਨਾਲ ਸ਼ੁਰੂ ਕੀਤੀ ਸੀ, ਤਾਂ ਜੋ ਸਾਡੇ ਜਿਹੜਾ ਯੂਥ ਆ, ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਆ, ਉਸ ਨੂੰ ਪਤਾ ਲੱਗ ਜੇ ਕਿ ਸਾਡੇ ਜਿਹੜੇ ਇਹ ਡਾਕੂਮੈਂਟ ਆ ਜਿਨ੍ਹਾਂ ਦੀ ਕੋਈ ਬਹੁਤੀ ਅਸੀਂ ਗੱਲ ਨਹੀਂ ਕਰਦੇ ਥੋੜ੍ਹੇ ਚੋਣਵੇਂ ਬੰਦਿਆਂ ਤੋਂ ਇਲਾਵਾ, ਕਿ ਇਹਨੂੰ ਅਸੀਂ ਵਿਆਪਕ ਰੂਪ ਦੇ ਵਿੱਚ ਆਪ ਜੀ ਦੇ ਸਾਹਮਣੇ ਰੱਖੀਏ ਤਾਂ ਤੁਸੀਂ ਉਹਨਾਂ ਹਾਲਾਤਾਂ ਦੇ ਜਾਣੂ ਹੋ ਜਾਓ ਕਿ ਭਾਈ ਉਦੋਂ ਕਿਹੋ ਜਿਹੇ ਹਾਲਾਤ ਸੀ ਅਤੇ ਉਹਨਾਂ ਹਾਲਾਤਾਂ ਦੇ ਮੁਤਾਬਕ ਕਿਹੋ ਜਿਹੀਆਂ ਜਿਹੜੀਆਂ ਮੰਗਾਂ ਸਨ ਜਿਨ੍ਹਾਂ ਨੂੰ 73 ਦੇ ਮਤੇ ਦੇ ਤਹਿਤ ਸਾਡੇ ਬੰਦਿਆਂ ਨੇ ਅੰਕਿਤ ਕੀਤਾ ਸੀ, ਸਾਡੇ ਲੀਡਰਾਂ ਨੇ ਅੰਕਿਤ ਕੀਤਾ ਸੀ, ਅਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਆਪਣੇ ਆਪ ਦੇ ਵਿੱਚ ਵੀ ਖਾਮੀਆਂ ਸਨ। ਅਤੇ ਉਦੋਂ ਕਿਹੋ ਜਿਹੀਆਂ ਜਿਹੜੀਆਂ ਮੰਗਾਂ ਸਨ ਅਤੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਜਾਣੀ ਸੈਂਟਰ ਨੇ ਸਾਡੇ ਉੱਤੇ ਜਿਹੜੇ ਜ਼ੁਲਮ ਉਹ ਢਾਏ ਸੀ, ਹਾਲਾਂਕਿ ਉਹ ਬੜੀਆਂ ਨਗੂਣੀਆਂ ਜਿਹੀਆਂ ਮੰਗਾਂ ਅੱਜ ਲੱਗਦੀਆਂ ਨੇ, ਅਤੇ ਉਹਨਾਂ ਦੀ ਡਿਸਕਸ਼ਨ ਅਸੀਂ ਜਿਹੜੀ ਕਰਦੇ ਹਾਂ। ਇਹ ਤੇ ਸਾਰੇ ਦੇ ਪਿੱਛੇ ਮਕਸਦ ਇਹ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਸਟੇਟ ਵੱਲੋਂ ਜਾਣੀ ਆਜ਼ਾਦ ਕਹੇ ਜਾਂਦੇ ਭਾਰਤ ਦੇ ਵਿੱਚ ਸਾਨੂੰ ਜਿਹੜਾ ਰੋਲਿਆ ਗਿਆ, ਅਤੇ ਅੱਜ ਜਿਹੜੀ ਉਹ ਦਮਨਕਾਰੀ ਨੀਤੀ ਅੱਜ ਤੱਕ ਨਿਰੰਤਰ ਜਾਰੀ ਹੈ। ਪਰ ਦੁੱਖ ਦੀ ਗੱਲ ਇਹ ਆ ਕਿ ਸਾਡੀ ਜਿਹੜੀ ਕੌਮ ਆ ਬੜੀ ਅਵੇਸਲੀ ਹੋ ਕੇ ਉਸ ਤੋਂ ਵੀ ਪਿੱਛੇ ਕਿਤੇ ਜਿਹੜੀਆਂ ਨਿਵਾਣ ਵੱਲ ਨੂੰ ਚਲੇ ਗਈ ਹੈ। ਸਾਡੇ ਆਪਣੇ ਸਰੂਪ ਦੇ ਵਿੱਚ ਜਿਹੜੇ ਹਮਲੇ ਨੇ ਉਹ ਤੋਂ ਵੀ ਕਿਤੇ ਵੱਧ ਜਿਹੜੇ ਆ ਉਹ ਸਾਡੇ ਉੱਤੇ ਹੋਣ ਲੱਗ ਗਏ ਨੇ। ਅਤੇ ਇਹ ਮੈਂ ਕਹਿੰਦਾ ਵੀ ਉਸ ਕੌਮ ਦੀ ਹਾਲਤ ਇਹ ਤੋਂ ਵੱਧ ਤਰਸਯੋਗ ਨਹੀਂ ਹੋ ਸਕਦੀ ਜਦੋਂ ਉਸੇ ਕੌਮ ਦਾ ਕੁਛ ਹਿੱਸਾ ਜਿਹੜਾ ਉਹ ਆਪਣੇ ਆਪ ਨੂੰ ਦੋਸ਼ੀ ਜਿਹੜਾ ਸਿੱਧ ਕਰਨ ਦੇ ਉੱਤੇ ਲੱਗਿਆ ਹੋਵੇ ਕਿ ਅਸੀਂ ਉਹ ਦੋਸ਼ੀ ਸੀ, ਅਤੇ ਉਹ ਯਾਨੀ ਸਾਰੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਸਟੇਟ ਨੂੰ ਯਾਨੀ ਸਹੀ ਸਿੱਧ ਜਾਂ ਕਲੀਨ ਚਿੱਟ ਦੇਣ ਦੇ ਰਾਹ 'ਤੇ ਪਿਆ ਹੋਵੇ। ਤਾਂ ਇਹਦੋਂ ਯਾਨੀ ਨਮੋਸ਼ੀ ਵਾਲੀ ਗੱਲ ਜਾਂ ਇਹਦੋਂ ਯਾਨੀ ਘਟੀਆ ਗੱਲ ਹੋਰ ਕੋਈ ਨਹੀਂ ਹੋ ਸਕਦੀ। ਸੋ ਇਹ ਸਾਰੀ ਆਪਾਂ ਨੂੰ ਸਮਝ ਤਾਂ ਲੱਗਣੀ ਜਦੋਂ ਅਸੀਂ ਡਿਸਕਸ ਕਰਾਂਗੇ। ਬਾਕੀ ਇਹ ਵੀ ਹਾਲਾਤ ਜਿਹੜੇ ਆ ਇਤਿਹਾਸ ਬਖਸ਼ਦਾ ਨਹੀਂ ਕਿਸੇ ਨੂੰ, ਕਿਉਂਕਿ ਕੋਈ ਸਮਾਂ ਸੀ ਜਦੋਂ ਮੁਗਲਾਂ ਦੀ ਤੂਤੀ ਬੋਲਦੀ ਸੀ, ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਮੁਗਲਾਂ ਨੂੰ ਇੱਥੋਂ ਕੋਈ ਹਟਾ ਲੂਗਾ। ਅਤੇ ਜਿਹੜਾ ਕੋਈ ਉਹ ਸਮਾਂ ਸੀ ਜਦੋਂ ਸਾਡੇ ਜਿਹੜੇ ਬਜ਼ੁਰਗ ਸਨ ਉਹ ਕਹਿੰਦੇ ਨੇ ਵੀ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਜੰਗਲਾਂ ਦੇ ਵਿੱਚ ਜਿਹੜਾ ਉਹ ਵਾਸ ਕਰਦੇ ਰਹੇ ਨੇ, ਅਤੇ ਉਦੋਂ ਵੀ ਅਸੀਂ ਆਪਣੀ ਹੋਂਦ ਨੂੰ ਬਚਾ ਕੇ ਇੱਥੋਂ ਤੱਕ ਲੈ ਆਏ ਹਾਂ। ਤਾਂ ਸਮਾਂ ਜਿਹੜਾ ਅੱਜ ਵਾਲਾ ਇਹ ਵੀ ਨਹੀਂ ਰਹਿਣਾ, ਕਿਉਂਕਿ ਸਮਾਂ ਬੜਾ ਬਲਵਾਨ ਹੈ। ਹਾਂ, ਉਹਦੇ ਵਿੱਚ ਇਹ ਆ ਕਿ ਸਾਡਾ ਆਪਣਾ ਜਿਹੜਾ ਸਮਰਪਣ ਆ ਕੌਮ ਪ੍ਰਤੀ, ਚਾਹੇ ਉਹ ਗਿਣਤੀ ਦੇ ਵਿੱਚ ਥੋੜ੍ਹੇ ਬੰਦੇ ਹੋਣ, ਤਾਂ ਉਹ ਜਿਹੜੀ ਕਮਿਟਮੈਂਟ ਆ ਸਾਡੀ ਆਪਣੇ ਸਿਧਾਂਤਾਂ ਦੇ ਪ੍ਰਤੀ ਜਾਂ ਆਪਣੀ ਕੌਮ ਦੇ ਪ੍ਰਤੀ, ਉਹ ਬੜੀ ਜ਼ਰੂਰੀ ਹੈ। ਅਤੇ ਬਾਕੀ ਇਹਦੇ ਨਾਲ ਸਾਨੂੰ ਆਪਣੇ ਦੁਸ਼ਮਣ ਦੀ ਪਛਾਣ ਜ਼ਰੂਰ ਕਰਨੀ ਪੈਣੀ ਹੈ, ਅਤੇ ਸਹੀ ਅਤੇ ਗਲਤ ਦੀ ਜਿਹੜੀ ਪਛਾਣ ਹੈ ਉਹ ਸਾਨੂੰ ਜ਼ਰੂਰ ਕਰਨੀ ਪੈਣੀ ਹੈ ਕਿ ਸਾਡੇ ਨਾਲ ਹੋ ਕੀ ਰਿਹਾ, ਕਿ ਕਿਤੇ
ਕਿਸੇ ਵੀ ਰੂਪ ਦੇ ਵਿੱਚ ਜਿਹੜੇ ਸਾਡੇ ਉੱਤੇ ਹੋ ਰਹੇ ਹਮਲੇ ਆ ਤੇ ਉਹਨਾਂ ਦਾ ਅਸੀਂ ਟੱਕਰਾ ਕਰਨ ਦੇ ਆਪਣੇ ਆਪ ਨੂੰ ਸਮਰੱਥ ਬਣਾਈਏ। ਅੱਜ ਕੱਲ੍ਹ ਜਿਵੇਂ ਗੱਲ ਕਰਦੇ ਆ ਕਿ ਜਿਹੜੀਆਂ ਦੂਜੀਆਂ ਵਾਰਾਂ ਸਨ ਤੇ ਅੱਜ ਕੱਲ੍ਹ ਜਿਹੜੀ ਆਹ ਸੋਸ਼ਲ ਮੀਡੀਆ ਸੈਟੇਲਾਈਟ ਦੇ ਹਮਲੇ ਤਾਂ ਜਾਣੀ ਜਿਹਨੂੰ ਅਸੀਂ ਸਾਡਾ ਇਲੈਕਟ੍ਰੋਨਿਕ ਮੀਡੀਆ ਵਾਲਾ ਕਹਿ ਸਕਦੇ ਆ ਕਿ ਇਹਨਾਂ ਦੀ ਜਿਹੜੀ ਬਹੁਤ ਤੇਜ਼ੀ ਦੇ ਨਾਲ ਜਿਹੜਾ ਇਹਨਾਂ ਦਾ ਅਸਰ ਹੈ ਉਹ ਸਾਡੇ ਦਿਮਾਗਾਂ ਦੇ ਉੱਤੇ ਹੋ ਰਿਹਾ ਤੇ ਇਹਨੂੰ ਠੱਲ ਪਾਉਣ ਖਾਤਰ ਸਾਨੂੰ ਜਾਣੀ ਇਹ ਸਾਰਾ ਕੁਝ ਜਿਹੜਾ ਉਹ ਮੁੜ ਤੋਂ ਬਚਣਾ ਬੜਾ ਜ਼ਰੂਰੀ ਹੈ। ਸੋ ਇਸੇ ਕਰਕੇ ਕਈ ਵਾਰੀ ਕਈਆਂ ਨੂੰ ਲੱਗਦਾ ਕਿ ਇਹਦੀ ਲੋੜ ਨਹੀਂ, ਕਿ ਸਾਨੂੰ ਜਿਹੜੀਆਂ ਉਹ ਜਾਣੀ ਹੋਰ ਤਰ੍ਹਾਂ ਦੀਆਂ ਗੱਲਾਂ ਸੁਣਨ ਦੀ ਆਦਤ ਪੈ ਗਈ ਆ, ਪਰ ਇਹ ਸਾਨੂੰ ਜ਼ਰੂਰੀ ਹੈ ਸਾਡੇ ਲਈ ਇਹ ਗੱਲਾਂ ਕਰਨੀਆਂ ਤਾਂ ਜੋ ਸਾਨੂੰ ਪਤਾ ਲੱਗ ਸਕੇ। ਹਾਂਜੀ ਬਿਲਕੁਲ ਜੀ, ਕਿਉਂਕਿ ਇਹ ਆ ਵੀ ਜੇ ਇਸ ਮੁਕਾਮ ਦੇ ਉੱਤੇ ਜਾਂ ਸਟੇਜ ਦੇ ਉੱਤੇ ਇਸ ਵੇਲੇ ਆਪਾਂ ਜੀ ਉਹਦੇ ਥੱਲੇ ਜਿਹੜੀਆਂ ਸਟੇਜਾਂ ਪਹਿਲਾਂ ਲੰਘ ਚੁੱਕੀਆਂ, ਹਾਂਜੀ, ਜੇ ਅਸੀਂ ਉਹਨਾਂ ਬਾਰੇ ਨਹੀਂ ਜਾਣਾਂਗੇ ਤੇ ਸਾਨੂੰ ਇਹ ਵੀ ਨਹੀਂ ਸਮਝ ਲੱਗਣੀ ਵੀ ਅੱਜ ਸਾਡੀ ਹਾਲਾਤ ਜਿਹੜੀ ਆ ਵੀ ਉਹ ਕਿੱਦਾਂ ਦੀ ਆ। ਹਾਂਜੀ, ਤੇ ਉਹ ਕੇਸ ਕਿਹਨਾਂ ਕਾਰਨਾਂ ਨੇ ਉਸ ਹਾਲਾਤ ਨੂੰ ਜਨਮ ਦਿੱਤਾ। ਹਾਂਜੀ, ਤੇ ਉਹਦੇ ਵਿੱਚ ਇਹ ਜਿਹੜਾ ਹੈਗਾ ਆ 1973 ਵਾਲਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਆ ਵੀ ਉਹ ਤਾਂ ਕਰਕੇ ਵੀ ਪੜ੍ਹਨਾ ਜ਼ਰੂਰੀ ਆ। ਤੇ ਆਪਾਂ ਜਿਹੜਾ ਅੰਕ ਦੂਜਾ ਸੀਗਾ ਉਹਦੇ ਕੁੱਲ 7 ਪੁਆਇੰਟ ਨੇ ਤੇ ਉਹਨਾਂ 'ਚੋਂ ਆਪਾਂ 5 ਪੜ੍ਹ ਲਏ ਜੀ। 6ਵਾਂ ਪੁਆਇੰਟ ਜਿਹੜਾ ਆ ਉਹ ਵੀ ਬੜਾ ਇੰਟਰਸਟਿੰਗ ਜਿਹਾ ਆ ਵੀ ਉਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਿਚਾਰ ਹੈ ਕਿ ਹਰ ਇਸਤਰੀ ਜਾਂ ਪੁਰਖ ਜਿਸ ਨੂੰ ਕਿਸੇ ਅਖਲਾਕੀ ਜੁਰਮ ਵਿੱਚ ਅਦਾਲਤ ਵੱਲੋਂ ਕੋਈ ਸਜ਼ਾ ਨਾ ਦਿੱਤੀ ਗਈ ਹੋਵੇ, ਛੋਟੇ ਸ਼ਸਤਰ, ਰਿਵਾਲਵਰ, ਬੰਦੂਕ, ਪਿਸਤੌਲ, ਰਾਈਫਲ, ਕਾਰਬਾਈਨ ਆਦਿ ਰੱਖਣ ਦੀ ਪੂਰੀ ਖੁੱਲ੍ਹ ਉਹਨੂੰ ਹੋਣੀ ਚਾਹੀਦੀ ਹੈ ਤੇ ਕੋਈ ਲਾਇਸੈਂਸ ਲੈਣ ਦੀ ਲੋੜ ਨਾ ਹੋਵੇ ਜੀ, ਕੇਵਲ ਰਜਿਸਟ੍ਰੇਸ਼ਨ ਕਾਫੀ ਸਮਝੀ ਜਾਵੇ। ਯਾਨੀ ਕਿ ਜੋ ਅਮਰੀਕਾ ਦੇ ਵਿੱਚ ਕਾਨੂੰਨ ਆ ਅੱਜ ਵੀ ਉਹੀ ਕਾਨੂੰਨ ਆ ਉੱਥੇ। ਇਹ ਉਹਦੀ ਮੰਗ ਕਰ ਰਹੇ ਸੀ, ਉਹਦੀ ਮੰਗ ਕਰ ਰਹੇ ਸੀਗੇ ਭਈ ਜਿੱਦਾਂ ਅਮਰੀਕਾ ਦੇ ਵਿੱਚ ਬੰਦਾ ਭਈ ਕੋਈ ਕਾਰ ਵਗੈਰਾ ਲੈਣ ਜਾਂਦਾ, ਹਾਂਜੀ, ਇੱਦਾਂ ਹੀ ਮਤਲਬ ਉੱਥੇ ਹਥਿਆਰ ਲੈਣ ਵੀ ਜਾਂਦੇ ਆ ਵੀ। ਠੀਕ ਹੈ, ਦੁਕਾਨ 'ਤੇ ਗਏ, ਆਪਣਾ ਲਾਇਸੈਂਸ ਵਿਖਾਇਆ ਤੇ ਉਹ ਕਈਆਂ ਥਾਵਾਂ ਦੇ ਉੱਤੇ ਤੇ ਈਵਨ ਲਾਇਸੈਂਸ ਵਿਖਾਉਣ ਦੀ ਵੀ ਨਹੀਂ ਲੋੜ ਹੁੰਦੀ ਜੀ, ਤੇ ਉਹ ਸਿੱਧਾ ਹੀ ਹਥਿਆਰ ਜਿਹੜਾ ਆ ਵੀ ਉਹ ਖਰੀਦ ਸਕਦੇ ਆ ਜੀ। ਤੇ ਉਸ ਚੀਜ਼ ਦੀ ਉਹ ਮੰਗ ਕਰ ਰਹੇ ਸੀ। ਇਹ ਕਹਿ ਰਹੇ ਸੀਗੇ ਵੀ ਹਾਂ ਵੀ ਕਰੈਕਟਰ ਜਿਹੜਾ ਆ ਬੰਦੇ ਦਾ ਵੀ ਉਹਨੂੰ ਤੁਸੀਂ ਮਤਲਬ ਵੀ ਆਧਾਰ ਬਣਾ ਲਓ, ਉਹਨੂੰ ਤੁਸੀਂ ਚੈੱਕ ਕਰ ਲਓ ਜੀ, ਤੇ ਜੇ ਉਹ ਸਹੀ ਕਰੈਕਟਰ ਦਾ ਆ ਬੰਦਾ ਜੀ ਤੇ ਉਹਨੂੰ ਹਥਿਆਰ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਆ ਜੀ। ਹੁਣ ਉਹ ਆਪਣੇ ਆਪ ਦੇ ਵਿੱਚ ਜਿਹੜਾ ਆ ਵੀ ਉਹ ਚਲੋ ਇਹ 73 ਦੇ ਵਿੱਚ ਰੱਖੀ ਗਈ ਜੀ। ਹੁਣ ਜਦੋਂ ਤੁਸੀਂ ਇਹ ਵੇਖਦੇ ਆ ਵੀ 73 ਤੋਂ ਹੀ ਤਕਰੀਬਨ ਵੀ ਜਿਹੜੀ ਨਕਸਲਵਾਦੀ ਲਹਿਰ ਆ, ਹਾਂਜੀ, ਉਹ ਦੁਆਬੇ ਦੇ ਵਿੱਚ ਐਨ ਪੂਰੇ ਸਿਖਰਾਂ ਦੇ ਉੱਤੇ ਜਾਣ ਲੱਗ ਪਈ ਜੀ। ਹੁਣ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਕਨੈਕਸ਼ਨ ਜਿਹੜਾ ਆ ਵੀ ਲੱਗਣ ਦਿਆ ਆ ਵੀ ਇਹ ਡਿਮਾਂਡ ਕਰਦੇ ਪਏ ਆ ਹਥਿਆਰਾਂ ਦੀ, ਤੇ ਉਧਰੋਂ ਉਹ ਹਥਿਆਰਬੰਦ ਜੰਗ ਜਿਹੜੀ ਆ ਕਾਮਰੇਡਾਂ ਦੀ ਨਕਸਲਵਾੜੀ ਉਹ ਸ਼ੁਰੂ ਹੋ ਜਾਂਦੀ ਹੈ। ਉਹ ਜ਼ੋਰਾਂ ਤੇ ਆ, ਉਹ ਜ਼ੋਰਾਂ ਤੇ ਸ਼ੁਰੂ ਹੋ ਜਾਂਦੀ ਹੈ ਠੀਕ ਹੈ, ਉਸ ਵੇਲੇ ਨਹੀਂ ਜੀ। ਤੇ ਉਹ ਹੁਣ ਸਾਰਾ ਜਿਹੜਾ ਆ ਵੀ ਉਹ ਕਿਤੇ ਨਾ ਕਿਤੇ ਕਨੈਕਸ਼ਨ ਹੈਗਾ ਕੋਈ ਵੀ ਜਿਹਦੀ ਰਿਸਰਚ ਦੀ ਲੋੜ ਆ ਵੀ ਜਿਹੜੇ ਕਾਮਰੇਡ ਆ ਉਹ ਹਥਿਆਰਬੰਦ ਲੜਾਈ ਉਸ ਵੇਲੇ ਸ਼ੁਰੂ ਕਰਦੇ ਆ, ਹਾਂਜੀ, ਤੇ ਇੱਧਰੋਂ ਸਾਰਾ ਪੰਗਾ ਸ਼ੁਰੂ ਹੋ ਜਾਂਦਾ ਆ। ਜਿਹੜੀ ਉਹ ਨਕਸਲਵਾੜੀ ਵਾਲੀ ਤੇ ਕਾਮਰੇਡਾਂ ਦੀ ਉਸ ਸਮੇਂ ਦੀ ਲੜਾਈ ਸੀ, ਉਹਨਾਂ ਦਾ ਮੋਟਿਵ ਕੀ ਸੀ ਉਸ ਲੜਾਈ ਦੇ ਪਿੱਛੇ? ਉਹ ਸੀਗਾ ਤੇ ਇਹ ਵੀ ਖੇਤੀਬਾੜੀ ਦਾ ਜਿਹੜਾ ਦੂਸਰਾ ਹੈਗਾ ਆ ਮਿਹਨਤੀ ਕਾਮਗਾਰ ਤਬਕਾ ਜਿਹੜਾ ਆ ਵੀ ਉਹਦੀ ਬਰਾਬਰੀ ਦੀ ਜਾਂ ਉਹਦੀ ਜਿਹੜੇ ਹੱਕ ਆ ਜੀ ਉਹਨਾਂ ਲਈ, ਕਿਉਂਕਿ ਅਸਲ ਦੇ ਵਿੱਚ ਨਕਸਲਵਾੜੀ ਲਹਿਰ ਜਿਹੜੀ ਆ ਇਹ ਸ਼ੁਰੂ ਤੋਂ ਹੀ ਇੱਧਰੋਂ ਯੂਪੀ ਬਿਹਾਰ ਦੇ ਵਿੱਚੋਂ ਜੀ, ਤੇ ਉਹ ਇੱਧਰ ਪੰਜਾਬ ਦੇ ਵਿੱਚ ਆਈ ਆ ਜੀ। ਹੁਣ ਉਹ ਕੌਣ ਲੈ ਕੇ ਆਇਆ, ਕਿੱਦਾਂ ਆਈ, ਕਾਮਰੇਡਾਂ ਤੋਂ ਇਲਾਵਾ ਤੇ ਹੋਰ ਕੋਈ ਹੋਣਾ ਨਹੀਂ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹਦੇ ਵਿੱਚ ਹੀ ਫੇਰ ਜਿਹੜਾ ਮਸਲਾ ਗਾਂਹ ਬਣਦਾ ਆ ਵੀ ਜਦੋਂ ਇਹਦੀ ਜੈਲ ਸਿੰਘ ਦੀ ਸਰਕਾਰ ਆ ਉਸ ਵੇਲੇ ਤੇ ਉਹਦੇ ਉੱਤੇ ਇੰਨੀ ਸਖਤੀ ਵੀ ਨਹੀਂ ਚੱਲਦੀ ਤੇ ਉਹ ਇੰਨੀ ਕਹਿ ਲਓ ਵੀ ਤੀਬਰਤਾ ਦੇ ਨਾਲ ਚੱਲਦੀ ਵੀ ਨਹੀਂ ਪਈ ਲਹਿਰ। ਪਰ ਜਦੋਂ ਇਹਦੀ ਆਉਂਦੀ ਆ ਬਾਦਲ ਦੀ ਸਰਕਾਰ, ਉਹਦੇ ਵਿੱਚ ਇਹ ਜਿਹੜਾ ਹੈਗਾ ਆ ਦੂਸਰਾ PS ਭਿੰਡਰ ਜਿਹੜਾ ਸੁਖਵੰਤ ਕੌਰ ਭਿੰਡਰ ਦਾ ਘਰ ਵਾਲਾ ਸੀ, ਉਹ ਬਣ ਜਾਂਦਾ ਪੁਲਿਸ ਦਾ ਮੁਖੀ। ਉਹ ਬਸ ਫਿਰ ਉਹ ਜਿਹੜੀ ਜੋੜੀ ਹੈ ਨਾ ਉਹਨੇ ਫਿਰ ਜੋ 80ਵੇਂ 90ਵੇਂ ਦੇ ਵਿੱਚ ਅਸੀਂ ਆਪਣੀ ਅੱਖੀਂ ਵੇਖਿਆ ਜੀ, ਉਹ 70ਵੇਂ ਦੇ ਵਿੱਚ ਪਹਿਲਾਂ ਉਹ ਉੱਥੇ ਹੋਇਆ ਦੁਆਬੇ ਦੇ ਵਿੱਚ ਨਕਸਲਵਾੜੀਆਂ ਦੇ ਖਿਲਾਫ ਜਿਹੜੇ ਪੁਲਿਸ ਮੁਕਾਬਲੇ ਵਗੈਰਾ, ਬੰਦੇ ਫੜ ਕੇ ਮਾਰਨੇ, ਘਰਾਂ ਦੇ ਵਿੱਚੋਂ ਕੱਢ ਕੇ ਲੈ ਜਾਣੇ, ਕੋਈ ਪਤਾ ਨਹੀਂ ਵੀ ਕਿੱਧਰ ਨੂੰ ਗਿਆ ਬੰਦਾ, ਕੁਛ ਨਹੀਂ ਜੀ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਇੱਕ ਤੇ ਉਹ ਜਿਹੜੀ ਲਹਿਰ ਸੀ, ਹੁਣ ਜਦੋਂ ਤੁਸੀਂ ਵੇਖਦੇ ਆ ਵੀ ਅਚਾਨਕ ਹੀ ਉਹ ਰਫੂ ਹੋ ਜਾਂਦੀ ਆ ਤੇ ਉੱਧਰ ਅਜੇ ਵੀ ਚੱਲੀ ਜਾਂਦੀ ਆ। ਉਹ ਛੱਤੀਸਗੜ੍ਹ ਵਾਲੇ ਪਾਸੇ, ਬਿਹਾਰ, ਝਾਰਖੰਡ, ਇੱਧਰਲੇ ਪਾਸੇ ਅਜੇ ਵੀ ਨਕਸਲਵਾਦੀਆਂ ਦੀ ਲਹਿਰ ਚੱਲ ਰਹੀ ਆ। ਪੰਜਾਬ ਦੇ ਵਿੱਚ ਕਿਸੇ ਨੂੰ ਚੇਤੇ ਵੀ ਹੈ ਨਹੀਂ, ਖਾਸ ਤੌਰ 'ਤੇ ਆਪਣੀਆਂ ਜਨਰੇਸ਼ਨਾਂ ਜਿਹੜੀਆਂ ਆਪਣੇ ਤੋਂ ਬਾਅਦ ਵਾਲੀਆਂ ਵੀ ਨਕਸਲਵਾਦੀ ਲਹਿਰ ਕਦੀ ਪੰਜਾਬ ਦੇ ਵਿੱਚ ਵੀ ਆਉਂਦੀ ਜੀ।
ਹੁਣ ਉਹ ਜਿਹੜੀ ਲਹਿਰ ਆ ਉਹ ਅਚਾਨਕ ਹੀ 78 ਦੀ ਵਿਸਾਖੀ ਤੋਂ ਬਾਅਦ ਉਹ ਸਿੱਖ ਲਹਿਰ ਸ਼ੁਰੂ ਹੋ ਜਾਂਦੀ। ਹਾਂਜੀ ਵੀ ਉਹ ਕਹਿੰਦੇ ਨੇ ਵੀ ਬਹੁਤੇ ਬੰਦੇ ਜਿਹੜੇ ਉਹ ਲਹਿਰ ਵਾਲੇ ਤੇ ਉਹ ਫਿਰ ਇੱਧਰਲੀ ਲਹਿਰ ਦੇ ਵਿੱਚ ਸ਼ਾਮਲ ਹੋ ਗਏ ਸੀ ਜੀ। ਪਰ ਮਤਲਬ ਭਈ ਉਹ ਜਿਹੜਾ ਸਾਰਾ ਹੈਗਾ ਨਾ ਵੀ ਉਹ ਇੱਦਾਂ ਹੀ ਲੱਗਦਾ ਰਹਿੰਦਾ ਵੀ ਇਹ ਕਿਤੇ ਨਾ ਕਿਤੇ ਪਿੱਛੇ ਖੇਡਣੇ ਵਾਲੇ ਜਿਹੜੇ ਸੀਗੇ ਉਹ ਖਿਡਾਉਂਦੇ ਸੀਗੇ, ਜਿੱਧਰ ਨੂੰ ਮਰਜ਼ੀ ਤੋਰ ਲੈਂਦੇ ਵੀ ਹੁਣ ਤੁਸੀਂ ਆਹ ਝੰਡਾ ਚੱਕ ਲਓ, ਹੁਣ ਆਹ ਚੱਕ ਲਓ। ਤੇ ਉਹ ਜਿਹੜਾ ਸਾਰਾ ਵੀ ਇੱਕ ਤੇ ਇਹ ਡਰਾਮਾ ਆ ਵੀ ਜਦੋਂ ਕੌਮ ਹਥਿਆਰਾਂ ਦੀ ਮੰਗ ਕਰਦੀ ਆ ਵੀ ਸਾਨੂੰ ਖੋਲ੍ਹ ਹੋਣੀ ਚਾਹੀਦੀ ਆ ਹਥਿਆਰ ਰੱਖਣੇ ਦੀ, ਅਗਲੇ ਜਿਹੜੇ ਆ ਉਹ ਇਦਾਂ ਦੀਆਂ ਲਹਿਰਾਂ ਤੋਰ ਦਿੰਦੇ ਆ ਵੀ ਜਿਹਦੇ ਕੋਲੇ ਵੀ ਹਥਿਆਰ ਹੈਗਾ ਆ ਵੀ ਕੋਈ ਸੁਭਾਵਨਾ ਹੀ ਨਾ ਰਹਿ ਜਾਵੇ, ਜਾਂ ਜਿਹਦੇ ਕੋਲ ਹਥਿਆਰ ਹੈਗਾ ਉਹਦੇ ਉੱਤੇ ਐਂਟੀ ਰਾਸ਼ਟਰ ਦਾ ਜਾਂ ਦੂਜਾ ਲਾ ਕੇ ਉਹ ਕੌਮ ਆਪ ਹੀ ਖੜੀ ਹੋ ਜਾਵੇ ਵੀ ਨਾ ਭਾਈ ਹਥਿਆਰ ਨਾ ਰੱਖਿਓ ਕੋਈ ਭਈ ਪਤਾ ਨਹੀਂ ਵੀ ਕਿੱਦਣ ਕੇਸ ਕੋ ਪੈ ਜਾਣਾ, ਕਿੱਦਣ ਨੂੰ ਤੁਹਾਡਾ ਨਿਆਣਾ ਚੱਕ ਕੇ ਲੈ ਜਾਣਾ ਜਾਂ ਕੀ ਹੋ ਜਾਣਾ। ਮਤਲਬ ਇੱਕ ਤੇ ਉਹ ਹੋ ਗਿਆ। ਹੁਣ ਜਿਹੜਾ ਅਗਲਾ ਆ ਆਖਰੀ ਪੁਆਇੰਟ ਜਿਹੜਾ ਇਹਦਾ ਅੰਕ ਦੀ ਦੂਜੇ ਦਾ ਜੀ, ਉਹ 'ਚ ਹੈਗਾ ਜੀ ਸ਼੍ਰੋਮਣੀ ਅਕਾਲੀ ਦਲ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਮਨਾਹੀ ਚਾਹੁੰਦੀ ਹੈ ਅਤੇ ਪਬਲਿਕ ਥਾਵਾਂ ਤੇ ਨਸ਼ਿਆਂ ਦੀ ਵਰਤੋਂ ਤੇ ਤੰਬਾਕੂ ਪੀਣ ਦੀ ਮਨਾਹੀ ਦਾ ਮੁੱਦਈ ਹੈ ਜੀ। ਇਸ ਤੇ ਪਾਬੰਦੀ ਲਈ ਯਤਨ ਕਰੇਗਾ ਸ਼੍ਰੋਮਣੀ ਅਕਾਲੀ ਦਲ। ਸੋ 73 ਦੇ ਵਿੱਚ ਇਹ ਕਿਹਾ ਜਾ ਰਿਹਾ ਜੀ। ਹੁਣ 84 ਦਾ ਆਪਾਂ ਨੂੰ ਪਤਾ ਆ ਵੀ 82 ਦੀ ਗੱਲ ਆ ਇਹ ਵੀ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਉਹਦੀ ਇੱਕ ਡਿਮਾਂਡ ਸੀ ਇਹ ਵੀ ਤੰਬਾਕੂ ਦੀ ਮਨਾਹੀ। ਉਹ ਸਿਰਫ ਇੰਨੀ ਕੀ ਸੀਗੀ ਵੀ ਇੱਥੇ ਤੇ ਇਹ ਨਹੀਂ ਨਾ ਲਿਖਿਆ ਉਹਨਾਂ ਨੇ ਵੀ ਉਹ ਤੇ ਪੂਰੇ ਪੰਜਾਬ ਦੀ ਇੱਥੇ ਗੱਲ ਹੋ ਰਹੀ ਆ। 82 ਦੇ ਵਿੱਚ ਧਰਮ ਯੁੱਧ ਮੋਰਚੇ 'ਚ ਇਹ ਕਿਹਾ ਗਿਆ ਵੀ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਇਹਦੀ ਜਿਹੜੀ ਕਹਿ ਲਓ ਵੀ ਵਾਲਡ ਸਿਟੀ ਕਹਿੰਦੇ ਆ ਵੀ ਪੁਰਾਣਾ ਜਿਹੜਾ ਅੰਮ੍ਰਿਤਸਰ ਆ ਭਈ ਉਹਦੇ ਅੰਦਰ ਤੰਬਾਕੂ ਤੇ ਨਸ਼ਿਆਂ ਦੀ ਜਿਹੜੀ ਵਿਕਰੀ ਆ ਵੀ ਉਹ ਤੇ ਪਾਬੰਦੀ ਹੋਵੇ। ਇਹ ਪਾਬੰਦੀ ਉਹਨਾਂ ਨੇ ਆਪ ਉੱਥੇ ਲਾਈ ਹੋਈ ਆ ਬਨਾਰਸ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਦੇ ਆਪਣੇ ਧਾਰਮਿਕ ਸਥਾਨ ਜੀ। ਪਰ ਜਦੋਂ ਇੱਥੇ ਗੱਲ ਹੋਈ ਅੰਮ੍ਰਿਤਸਰ ਦੇ ਵਿੱਚ ਲਾਉਣ ਦੀ ਤੇ ਜਿਹੜੀ ਆ ਲక్ష్ਮੀ ਕਾਂਤਾ ਚਾਵਲਾ ਆ RSS ਦੀ ਕੱਟੜ ਦੂਸਰੀ ਹੈਗੀ ਤੇ ਮਿਨਿਸਟਰ ਵੀ ਰਹੀ ਹੈਲਥ ਦੀ, ਉਹਨੇ ਬਕਾਇਦਾ ਜਲੂਸ ਜਿਹੜਾ ਆ ਵੀ ਉਹਦੀ ਅਗਵਾਈ ਕੀਤੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਹਿੰਦੂਆਂ ਨੇ ਪੂਰਾ ਐਨ ਮਤਲਬ ਮੁਜ਼ਾਹਰਾ ਕੀਤਾ ਤੇ ਨਾਲ ਨਾਅਰੇ ਲਾਏ ਜੀ ਭਈ ਪਤਾ ਨਹੀਂ ਕੀ ਸਿਗਰਟ ਬੀੜੀ ਪੀਆਂਗੇ ਤੇ ਏਦਾਂ ਕਰਕੇ ਕਈ ਤਰ੍ਹਾਂ ਦੇ ਮਤਲਬ ਜਿਹੜੇ ਵੀ ਸਿੱਖਾਂ ਦੇ ਉੱਤੇ ਡਾਇਰੈਕਟ ਹਮਲਾ ਕਰਦੇ ਉਹ ਨਾਅਰੇ ਲਾਏ ਬਕਾਇਦਾ ਜੀ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹਦੇ ਨਾਲ ਤੁਸੀਂ ਹੁਣ ਜਦੋਂ ਤੁਸੀਂ ਇਹ ਜੋੜ ਲੈਂਦੇ ਆ ਵੀ ਜਦੋਂ 97 ਦੇ ਵਿੱਚ ਬਾਦਲ ਦੀ ਸਰਕਾਰ ਆਈ ਆ 2002 ਤੱਕ ਰਹੀ, ਉਹਦੇ ਦੌਰਾਨ ਜਿਹੜੇ ਸ਼ਰਾਬ ਦੇ ਠੇਕੇ ਸੀਗੇ ਉਹਨਾਂ ਦੀ ਗਿਣਤੀ 5 ਸਾਲਾਂ ਦੇ ਵਿੱਚ ਡਬਲ ਹੋ ਗਈ। ਇੱਕ ਇੱਥੇ ਇਹ ਕਹਿ ਰਿਹਾ ਵੀ ਸ਼ਰਾਬ ਤੇ ਤੰਬਾਕੂ ਪੀਣ ਦੇ ਉੱਤੇ ਵੀ ਪਾਬੰਦੀ ਦਾ ਮੁਦਈ ਆ ਅਕਾਲੀ ਦਲ, ਤੇ ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਆ 97 ਦੇ ਵਿੱਚ ਉਸ ਵੇਲੇ ਸ਼ਰਾਬ ਦੇ ਠੇਕੇ ਜਿਹੜੇ ਆ ਉਹ ਡਬਲ ਹੋ ਜਾਂਦੇ। ਹੁਣ ਇੱਥੋਂ ਇੱਕ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਹੈ, ਇੱਕ ਤਾਂ ਇਹ ਵੀ ਸਾਡਾ ਜਿਹੜਾ ਗਿਰਾਵਟ ਦੀ ਸਾਡੀ ਲੀਡਰਸ਼ਿਪ ਦੀ ਉਹਦੀ ਜਿਹੜੀ ਝਲਕ ਆ ਸਾਨੂੰ ਸਾਫ਼ ਦਿਖ ਜਾਂਦੀ ਆ ਕਿ ਜਿਹੜਾ ਅਕਾਲੀ ਦਲ 1973 ਦੇ ਵਿੱਚ ਸਾਡੀ ਸਿੱਖ ਕੌਮ ਦੀ ਜਾਂ ਪੂਰੇ ਪੰਜਾਬੀਆਂ ਦੀ ਸਿਹਤ ਲਈ ਚਿੰਤਤ ਸੀ ਤੇ ਜਿਹਨੂੰ ਖਤਰਾ ਵੀ ਲੱਗ ਰਿਹਾ ਸੀ ਕਿ ਸਾਡੇ ਉੱਤੇ ਇਹ ਇੱਕ ਹਮਲੇ ਵਾਂਗ ਆਉਣਗੇ ਕਿਸੇ ਸਮੇਂ ਦੇ ਵਿੱਚ ਆ ਕੇ ਵੀ ਇਹ ਜਿਹੜਾ ਜਰਦਾ ਬੀੜੀ ਆਹ ਤੇ ਸਾਰੇ ਨਸ਼ੇ ਆ ਵੀ ਇਹ ਨਸ਼ਿਆਂ ਤੋਂ ਕੌਮ ਨੂੰ ਬਚਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਸਾਡੇ ਗੁਰੂ ਸਾਹਿਬਾਨ ਵੀ ਨਸ਼ਿਆਂ ਦੇ ਉੱਤੇ ਸਿੱਖ ਨੂੰ ਹੋੜ ਕੇ ਗਏ ਆ, ਕਿਉਂਕਿ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਬੰਦੇ ਦਾ ਆਪਾਂ ਨੂੰ ਪਤਾ ਹੀ ਆ ਵੀ ਜਿਹਨੂੰ ਆਪਣੇ ਸਰੀਰ ਦੀ ਸੰਭਾਲ ਦੀ ਸੁੱਧ ਬੁੱਧ ਨਹੀਂ ਰਹਿੰਦੀ ਉਹ ਆਪਣੇ ਪਰਿਵਾਰ ਤੇ ਕੌਮ ਦੇ ਕੀ ਕਰੂਗਾ। ਇਸੇ ਕਰਕੇ ਗੁਰੂ ਸਾਹਿਬਾਨ ਨੇ ਨਸ਼ੇ ਜਿਹੜੇ ਉਹ ਬੰਦ ਕੀਤੇ ਸੀ ਤੇ 73 ਦਾ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਚਿੰਤਤ ਸੀ ਇਸ ਗੱਲੋਂ ਤੇ ਸੁਚੇਤ ਸੀ ਤੇ ਉਹ ਚਾਹੁੰਦੀ ਸੀ ਕਿ ਪੰਜਾਬ ਜਿਹੜਾ ਇੱਧਰਲੇ ਪਾਸੇ ਨੂੰ ਨਾ ਜਾਵੇ। ਤੇ ਦੂਜੇ ਪਾਸੇ ਇੱਕ ਤਾਂ ਇਹ ਹੋ ਗਿਆ ਸਾਡੀ ਲੀਡਰਸ਼ਿਪ ਦਾ, ਤੇ ਦੂਜੇ ਪਾਸੇ ਜਿਹੜੀ ਬਦਨੀਤੀ ਆ ਸਾਡੇ ਵਿਰੋਧੀਆਂ ਦੀ, ਸਾਡੇ ਦੁਸ਼ਮਣ ਦੀ ਕਹਿ ਲਈਏ ਅਸੀਂ ਵੀ ਉਹ ਚਾਹੁੰਦੇ ਸੀ ਉਹਨਾਂ ਦੇ ਏਜੰਡੇ ਦੇ ਸੀ ਕਿ ਪੰਜਾਬ ਨੂੰ ਅਸੀਂ ਇਹ ਜਿਹੜਾ ਨਸ਼ਿਆਂ ਦਾ ਦਰਿਆ ਹੈ ਇਹਦੇ ਵਿੱਚ ਡੋਬਣਾ, ਕਿ ਸਾਨੂੰ ਮਾਰਨ ਦੀ ਇਹਨਾਂ ਨੂੰ ਲੋੜ ਨਾ ਪਵੇ। ਉੱਥੋਂ ਸਾਫ਼ ਗੱਲ ਆਉਂਦੀ ਆ ਕਿ ਉਦੋਂ ਹਾਲਾਂਕਿ ਇਹਨਾਂ ਦੀ ਕੋਈ ਸਰਕਾਰ ਵੀ ਹੈ ਨਹੀਂ ਸੀ ਭਾਜਪਾ ਦੀ, ਤੇ ਉਹ ਜਿਹੜਾ RSS ਦੇ ਵਿੰਗ ਵਜੋਂ ਜੋ ਕੰਮ ਕਰਦੀ ਸੀ ਲక్ష్ਮੀ ਕਾਂਤਾ ਚਾਵਲਾ, ਉਹ ਤਾਂ ਜਿੰਨੀ ਕਿ ਜ਼ਹਿਰ ਉਹ ਉਗਲਦੀ ਆ ਹੁਣ ਤੱਕ ਬੀਬੀ ਹੁਣ ਤੱਕ ਵੀ, ਠੀਕ ਹੈ ਜੀ। ਉਹ ਜਾਣੀ ਉਦੋਂ ਤੱਕ ਲੈ ਕੇ ਉਹਨਾਂ ਦੀ ਵੀ ਜਿਹੜੀ ਸਾਫ਼ ਉਹ ਸਾਨੂੰ ਨਜ਼ਰ ਆ ਜਾਂਦੀ ਕਿ ਉਹਨਾਂ ਦੇ ਇਰਾਦੇ ਕੀ ਸੀ। ਪਰ ਇਹ ਆ ਵੀ ਉਹ ਆਪਣੇ ਇਰਾਦਿਆਂ ਦੇ ਵਿੱਚ ਸਫਲ ਹੋ ਗਏ ਜੇ ਅਸੀਂ ਹੁਣ ਕੰਪੇਅਰ ਕਰੀਏ ਉਦੋਂ ਦੇ ਸਮੇਂ ਨੂੰ ਤੇ ਹੁਣ। ਉਹ ਆਪਣੇ ਤੇ ਜਿਹੜੇ ਉਹਨਾਂ ਦੇ ਆਪਣੇ ਏਜੰਡੇ ਸੀ ਉਹਨਾਂ ਨੇ ਭਾਵੇਂ ਸਰਕਾਰ ਕਾਂਗਰਸ ਦੀ ਆਈ ਭਾਵੇਂ ਸਰਕਾਰ ਅਕਾਲੀ ਦਲ ਦੀ ਆਈ ਉਹ ਤੋਂ ਬਾਅਦ ਵਾਲੀਆਂ, ਉਹਨਾਂ ਦੇ ਰਾਹੀਂ ਉਹਨਾਂ ਨੇ ਆਪਣੇ ਜਿਹੜੇ ਏਜੰਡੇ ਉਹ ਪੂਰੇ ਕਰਵਾ ਦਿੱਤੇ, ਠੀਕ ਹੈ ਜੀ। ਤੇ ਸਾਡੀ ਲੀਡਰਸ਼ਿਪ ਨੇ ਉਹ ਤੋਂ ਬਾਅਦ ਯਾਨੀ ਬੜੀ ਬੇਸ਼ਰਮਗੀ ਦੇ ਨਾਲ ਜਿਹੜੇ ਆਪਣੇ ਜਿਹੜੇ ਸੀਗੇ ਮੱਦਾਂ ਉਹ ਸਾਰੀ ਆਪਣੇ ਜਿਹੜੇ ਟੀਚੇ ਸੀ ਉਹ ਸਾਰਿਆਂ ਨੂੰ ਤਲਾਂਜਲੀ ਦੇ ਕੇ ਦੁਸ਼ਮਣ ਦੇ ਜਿਹੜੇ ਟੀਚੇ ਆ ਉਹ ਅਪਣਾ ਲਏ। ਹੁਣ ਦੁਸ਼ਮਣ ਦੇ ਟੀਚੇ ਜਦੋਂ ਆਪਣਿਆਂ ਰਾਹੀਂ ਲਾਗੂ ਹੋ ਜਾਣ ਫਿਰ ਜਿਹੜੀ ਹੈ ਕੌਮ ਜਿਹਨੂੰ ਬੁੱਕਣ ਦੇ ਸੱਪ ਕਹਿੰਦੇ ਆ, ਫਿਰ ਕੌਮ ਦਾ ਰਾਖਾ ਕੌਣ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਾਵੇ। ਇਹੀ ਗੱਲ ਤਾਂ ਸਾਨੂੰ ਦੁੱਖ ਹੈ, ਇਹੀ ਗੱਲ ਆਪਾਂ ਅੱਜ ਕਰਦੇ ਆ ਕਿ ਅੱਜ ਵੀ ਉਦਾਂ ਦੀ ਜਿਹੜੀ ਬਾੜ ਜਿਹਨੂੰ ਅਸੀਂ ਸਮਝਦੇ ਆ ਜਿਹੜੇ ਸਿੱਖੀ ਸਰੂਪ ਦੇ ਵਿੱਚ ਬੰਦੇ ਨੇ ਕਿ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਆਪਣੇ ਪੱਟੇ ਦੇ ਉੱਤੇ ਚਾੜ ਕੇ, ਠੀਕ ਹੈ ਵੀ ਉਹਨਾਂ ਦੇ ਰਾਹੀਂ ਅਸੀਂ ਕੌਮ ਦਾ ਘਾਣ ਕਰਾਈਏ। ਤੇ ਹੁਣ ਇਹਦੇ ਵਿੱਚ ਉਹ ਅਕਾਲੀ ਦਲ ਬਚ ਨਹੀਂ ਸਕਦਾ। ਹੁਣ ਅਗਲੇ ਨੇ ਮਜਬੂਰੀ ਇਹ ਬਣਾ ਦਿੱਤੀ ਕਿ ਪੰਜਾਬ ਦਾ ਜਿਹੜਾ ਰੈਵਨਿਊ ਹੈ ਉਹਦਾ ਜਿਹੜਾ ਮੇਨ ਸਰੋਤ ਆ ਉਹ ਨਸ਼ੇ ਨੇ।
ਉਹ ਸ਼ਰਾਬ ਹੈ ਕਿ ਜੇ ਅਸੀਂ ਠੇਕੇ ਬੰਦ ਕਰ ਦਿੰਦੇ ਆ, ਹੁਣ ਇਹਨਾਂ ਨੇ ਸੌਖਾ ਜਿਹਾ ਦਿੱਤਾ ਹੋਇਆ ਵੀ ਤਾਂ ਸਾਡੀ ਤਾਂ ਜਿਹੜਾ ਸਾਰਾ ਹੀ ਕੰਮ ਖੜ ਜਾਣਾ ਉਰੇ। ਸਾਡੇ ਰੈਵਨਿਊ ਦਾ ਮੇਨ ਸੋਰਸ ਇਹ ਹੈ, ਜਾਣੀ ਕਿੱਥੇ ਤੇ ਲੈ ਕੇ ਉਹਨਾਂ ਨੇ ਕਿੱਥੇ ਤੱਕ ਗੋਡੇ ਟਿਕਾ ਕੇ ਖੜੇ ਕਰ ਲਏ, ਤੇ ਸਾਰਾ ਜਿਹੜਾ ਏਜੰਡਾ ਉਹ ਉਹਨਾਂ ਨੇ ਲਾਗੂ ਕੀਤਾ, ਉਹ ਕੀਤਾ ਸਾਡੀ ਆਪਣੀ ਲੀਡਰਸ਼ਿਪ ਦੇ ਨਾਲ। ਹੁਣ ਇਹਨੂੰ ਧਾਰਮਿਕ ਤੇ ਲਿਆਓ। ਹੁਣ ਧਰਮ ਦੇ ਅੰਦਰ ਵੀ ਉਦੋਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਸੀ, ਮੈਂ ਸਮਝਦਾ ਵੀ ਜੇ ਬਹੁਤੇ ਨਹੀਂ ਤਾਂ ਥੋੜੇ ਬਹੁਤੇ ਜਿਵੇਂ ਕਈ ਡੇਰੇ ਵੀ ਸੀ, ਉਹ ਵੀ ਇਹ ਗੱਲ ਨੂੰ ਸਮਝਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਸਾਰੋਕਾਰ ਸਾਡੇ ਲੋਕਾਂ ਦੀ ਭਲਾਈ ਨਾਲ ਜੁੜੇ ਹੋਏ ਸੀ, ਸਿਧਾਂਤਕ ਮਤਭੇਦਾਂ ਦੇ ਬਾਵਜੂਦ ਵੀ। ਤੇ ਬਾਅਦ ਦੇ ਵਿੱਚ ਉਹ ਡੇਰੇ ਉਹਨਾਂ ਨੇ ਕਿਵੇਂ ਆਪਣੇ ਹਿੱਤ ਲਈ ਵਰਤੇ ਤੇ ਕਿਵੇਂ ਸਾਨੂੰ ਖਾਨਾ ਜਾਂਗੀ ਵੱਲ ਧੱਕਿਆ। ਸਾਡੀ ਕੌਮ ਦੇ ਅੰਦਰ ਉਹ ਕਲੇਸ਼ ਕਰ ਦਿੱਤੇ ਜਿਨ੍ਹਾਂ ਦਾ ਕਿਤੇ ਨਾ, ਜਿਵੇਂ 10 ਗ੍ਰੰਥ ਹੋ ਗਿਆ ਜਾਂ ਹੋਰ ਜਿਹੜੇ ਜਿੰਨੇ ਵੀ ਆ ਗ੍ਰੰਥ ਆਲੇ ਦੁਆਲੇ ਤੁਰੇ ਫਿਰਦੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਨੂੰ ਪਤਾ ਪਿੰਡਾਂ ਦੇ ਵਿੱਚ ਕੋਈ ਜਾਣਦਾ ਨਹੀਂ ਸੀ ਕਿਸੇ ਹੋਰ ਗ੍ਰੰਥ ਦਾ ਨਾਂ। ਫਿਰ ਉਹ ਗ੍ਰੰਥਾਂ ਦੇ ਪ੍ਰਕਾਸ਼ ਕਰਾਉਣੇ, ਉਹਨਾਂ ਦੇ ਅਖੰਡ ਪਾਠ ਕਰਾਉਣੇ, ਇਹ ਕਿਹਨਾਂ ਦਾ ਹਿੱਸਾ ਸੀ। ਫਿਰ ਹਨਾ ਵੀ ਜਿਨ੍ਹਾਂ ਨੂੰ ਬਚਿੱਤਰ ਨਾਟਕ ਕਿਹਾ ਜਾਂਦਾ ਤੇ ਉਹਨਾਂ ਨੂੰ ਸ੍ਰੀ ਗੁਰੂ 10 ਗ੍ਰੰਥ ਬਣਾਉਣਾ, ਇਹ ਸਾਰੇ ਟੀਚੇ ਜਿਹੜੇ ਸੀਗੇ ਇਹ ਉਹਨਾਂ ਦੇ ਸੀ, ਉਹ ਦੁਸ਼ਮਣ ਦੇ ਸੀ। ਤੇ ਉਹ ਚੁੱਪ ਕਰਕੇ ਅੱਜ ਤੱਕ ਨਹੀਂ ਬੈਠਾ। ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਮਾੜੇ ਮੋਟੇ ਸੁਚੇਤ ਹੋਣ ਲੱਗੇ ਆ, ਤਾਂ ਫਿਰ ਉਹਨਾਂ ਨੇ ਸਾਡੇ ਅੰਦਰੋਂ ਸ਼ੁਰੂ ਕਰ ਦਿੱਤਾ। ਤੇ ਹੁਣ ਅੱਜ ਦੇ ਰੂਪ ਵਿੱਚ ਤੁਸੀਂ ਆ ਦੇਖ ਲਓ ਬਾਬਾ ਜੀ, ਹੁਣ ਢੱਡਰੀਆਂ ਵਾਲੇ ਦੇ ਜੇ ਆਪਾਂ ਗੱਲ ਕਰ ਲਈਏ, ਹੁਣ ਇਹ ਸਾਰੇ ਜੇ ਕੜੀਆਂ ਆਪਾਂ ਜੋੜਦੇ ਆ ਜਾਈਏ, ਤੇ ਹੁਣ ਤੁਸੀਂ ਦੇਖ ਲਓ ਵੀ ਸਿੱਖੀ ਸਰੂਪ ਦੇ ਵਿੱਚ ਨੇ ਇਹ ਵੀ, ਤੇ ਸਾਰਾ ਅਪਗ੍ਰੇਡ ਲਾਣਾ। ਤੇ ਕਹਿੰਦੇ ਆਪਣੇ ਆਪ ਨੂੰ ਪੇਸ਼ ਇਸ ਤਰੀਕੇ ਨਾਲ ਕਰ ਰਹੇ ਆ ਕਿ ਅਸੀਂ ਤਾਂ ਸਭ ਤੋਂ ਵੱਧ ਗੁਰੂ ਸਾਹਿਬ ਦੇ ਹਤੈਸ਼ੀ ਆ, ਸਮਝਦੇ ਸਭ ਤੋਂ ਜ਼ਿਆਦਾ ਸਿੱਖੀ ਨੂੰ ਅਸੀਂ ਆ, ਵੀ ਅਸੀਂ ਸਭ ਤੋਂ ਵੱਧ, ਇਹ ਦਾਵਾ ਇਹਨਾਂ ਦਾ ਕਿ ਸਭ ਤੋਂ ਵੱਧ ਅਸੀਂ ਗੁਰੂ ਸਾਹਿਬ ਨੂੰ ਸਮਝਦੇ ਆ। ਤੇ ਜਿਹੜਾ ਸਿੱਖੀ ਇਸ ਗੁਰੂ ਸਾਹਿਬ ਦੇ ਨਾਲ ਜਿੰਨੇ ਧੋਖੇ ਕਰੇ, ਜਿੰਨੇ ਗੁਰੂ ਸਾਹਿਬ ਦੇ ਨਾਲ ਉਹ ਕਰੇ, ਉਹ ਸਿੱਖਾਂ ਨਹੀਂ ਕਰੇ। ਇਹਨਾਂ ਦੇ ਮੁਤਾਬਕ ਜਿਹੜਾ ਇਹ ਦੱਸਣ ਦੇ ਇਹਨਾਂ ਨੇ ਸਾਰਾ ਜ਼ੋਰ ਲੱਗਿਆ। ਤੇ ਉਧਰ ਉਹ ਜਿਹੜੇ ਉਹ ਮਹਾਂਪੁਰਖ ਹੈ, ਤੇ ਜਿਹੜਾ ਕਹਿੰਦਾ ਮੈਂ ਵੀ ਉਹਦੇ ਤੋਂ ਭਾਈ ਬਣ ਗਿਆ ਹੁਣ ਮੈਂ, ਉਹ ਦੱਸੋ। ਉਹ ਕਹਿੰਦਾ ਵੀ ਤੁਸੀਂ ਇਹ ਨਾ ਕਹੋ ਵੀ ਸਾਨੂੰ ਗੁਰੂ ਸਾਹਿਬ ਨੇ ਕੁਝ ਸਮਝਾਇਆ, ਤੁਸੀਂ ਇਹ ਕਹੋ ਵੀ ਮੈਨੂੰ ਇਹ ਸਮਝ ਲੱਗਿਆ ਗੁਰੂ ਸਾਹਿਬ ਤੋਂ। ਹੁਣ ਤੁਸੀਂ ਦੇਖੋ ਵੀ ਕਿੱਡੀ ਆਪਣੇ ਆਪ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕਰਨ ਵਾਲੀ ਇਹ ਸਟੇਟਮੈਂਟ ਹੈ, ਕਿਉਂਕਿ ਸਾਡਾ ਰੌਲਾ ਹੀ ਇਹ ਹੈ, ਇੰਟਰਪ੍ਰੀਟੇਸ਼ਨ ਦਾ ਹੀ ਰੌਲਾ ਹੈ ਜੀ ਸਾਡਾ। ਇੱਕ RSS ਸਾਡੀ ਇੰਟਰਪ੍ਰੀਟੇਸ਼ਨ ਕਰਦੀ ਆ, ਸਾਡੇ ਇਤਿਹਾਸ ਦੀ ਵੀ ਇੰਟਰਪ੍ਰੀਟੇਸ਼ਨ ਉਹ ਦੇ ਰਹੀ ਹੈ, ਜਿਹਦੇ ਉੱਤੇ ਅਸੀਂ ਆਏ ਦਿਨ ਕਹਿੰਦੇ ਵੀ ਸਾਡੀਆਂ ਕਿਤਾਬਾਂ ਦੇ ਵਿੱਚ ਇਤਿਹਾਸ ਵਿਗਾੜਤਾ। ਤੇ ਉਹਦੇ ਬਾਅਦ ਦੇ ਵਿੱਚ ਵੀ ਗੁਰਬਾਣੀ ਨੂੰ ਇਹ ਜਿਹੜਾ ਸੰਸਕ੍ਰਿਤੀ ਜਾਂ ਬ੍ਰਾਹਮਣੀ ਤਰੀਕੇ ਦੇ ਨਾਲ ਵਿਆਖਿਆ ਕਰਕੇ ਇਹ ਉਹਦੇ ਗਲਤ ਅਰਥ ਕੱਢ ਕੇ ਸਾਨੂੰ ਜਾਣੀ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵੱਲ ਨੂੰ ਧੱਕ ਰਹੇ ਨੇ। ਇਹ ਸਾਡਾ ਰੌਲਾ। ਤੇ ਇਹ ਖੁੱਲ੍ਹਦੇ ਰਹੇ ਆ ਮਹਾਂਪੁਰਖ। ਇਹ ਕਹਿੰਦੇ ਵੀ ਤੁਸੀਂ ਇਹ ਕਹੋ ਵੀ ਮੈਨੂੰ ਇਹ ਸਮਝ ਲੱਗਿਆ, ਉਹਨੂੰ ਇਹ ਸਮਝ ਲੱਗਿਆ, ਫਲਾਣੇ ਨੂੰ ਇਹ ਸਮਝ ਲੱਗਿਆ। ਤੇ ਉਹਦੇ ਵਿੱਚ ਹੁਣ ਪਹਿਲਾਂ ਇਹ ਸ਼ਬਦ ਵਰਤਦੇ ਰਹੇ ਟਕਸਾਲੀਆਂ ਲਈ ਗਲਤ, ਹੁਣ ਇਹ ਉੱਥੇ ਮਿਸ਼ਨਰੀਆਂ ਲਈ ਵਰਤਣ ਲੱਗਿਆ ਹੈ ਨਾ। ਕਹਿੰਦਾ ਇਹਨਾਂ ਦੇ ਪਿਓ ਦਾ ਰਾਜ ਹੈ। ਹੁਣ ਪਿੱਛੇ ਜੇ ਕਿਹਦੀ ਘੁੰਮਦੀ ਫਿਰਦੀ ਉੱਥੇ ਦੱਸਦਾ, ਕਹਿੰਦਾ ਵੀ ਜੇ ਕਹਿੰਦਾ ਵੀ ਇਹ ਸੰਪਰਦਾਇਆਂ ਨੂੰ ਵੱਖਰੀ ਕਰ ਸਕਦੇ ਆ, ਇਹ ਫਲਾਣੇ ਨਾਲੋਂ ਵੱਖਰੀ ਕਰ ਸਕਦੇ ਆ, ਇਹ ਧਿਮਕੇ ਨਾਲੋਂ ਵੱਖਰੀ ਕਰ ਸਕਦੇ ਆ। ਕਹਿੰਦਾ ਮੈਂ ਇਹਨਾਂ ਨਾਲੋਂ ਵੱਖਰੀ ਕਿਉਂ ਨਹੀਂ ਕਰ ਸਕਦਾ, ਇਹਨਾਂ ਦੇ ਪਿਓ ਦਾ ਰਾਜ ਹੈ। ਹੁਣ ਉੱਥੇ ਬੇਈਮਾਨੀ ਦੇਖੋ ਵੀ ਉਹਦਾ ਆਧਾਰ ਨਹੀਂ ਦੱਸ ਰਿਹਾ ਵੀ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਤੁਹਾਨੂੰ ਜਿਹੜੇ ਅਰਥ ਸਗੋਂ ਬ੍ਰਾਹਮਣ ਦੇ ਛਾਤਰਤਾ ਦੇ ਨਾਲ ਸਾਨੂੰ ਖਾਰੇ ਬ੍ਰਾਹਮਣਾਂ ਦੇ ਜਿਹੜਾ ਬ੍ਰਾਹਮਣੀਕਰਨ ਕਰਨ ਖਾਤਰ ਉਹ ਜਿਹਨੂੰ ਅਸੀਂ ਕਹਿੰਦੇ ਆ ਵੀ ਸਿਧਾਂਤਕ ਤੌਰ ਤੇ ਸਾਨੂੰ ਉਸ ਸਮੁੰਦਰ ਵੱਲ ਨੂੰ ਜਿਹੜੇ ਧੱਕ ਰਹੇ ਸੀ ਹੈ ਨਾ, ਵੀ ਉਹਨਾਂ ਤੋਂ ਬਚਾਉਣ ਖਾਤਰ ਉਹਨਾਂ ਨੇ ਇੱਕ ਗੁਰਬਾਣੀ ਦਾ ਵਿਆਕਰਨ ਤੇ ਉਹਦੇ ਪਿੱਛੇ ਕਿੰਨੇ ਲੌਜਿਕ ਦੇ ਕੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਜਾਂ ਸਾਡੇ ਜਿਹੜੇ ਜਿਨ੍ਹਾਂ ਨੇ ਸਾਡੇ ਸ਼ਬਦਕੋਸ਼ ਲਿਖਿਆ ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਹੈ ਨਾ, ਜਿੰਨੇ ਸਾਡੇ ਹਿਸਟੋਰੀਅਨ ਤਾਂ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਸਾਰਿਆਂ ਨੇ, ਵੀ ਉਹਨਾਂ ਨੇ ਬੜੀ ਮਿਹਨਤ ਕਰਕੇ ਉਹਨਾਂ ਨੇ ਯਾਨੀ ਇੱਕ ਕਿਸਮ ਦਾ ਨਿਰੀਖਣ ਕੀਤਾ ਕਿ ਭਾਈ ਵੀ ਅਸੀਂ ਬਿਲਕੁਲ ਇੱਕ ਵੱਖਰੀ ਕੌਮ ਹੈ ਤੇ ਸਾਡੇ ਜਿਹੜੇ ਸਾਡੇ ਕੰਮ ਨੇ ਹਰੇਕ ਤਰੀਕੇ ਦੇ ਨਾਲ ਉਹ ਸਾਡੇ ਉਹਨਾਂ ਦੇ ਨਾਲੋਂ ਵੱਖਰੇ ਨੇ। ਤੇ ਇਸੇ ਤਰੀਕੇ ਦੇ ਨਾਲ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ ਅਸਲੀ ਸੋਚ ਆ ਉਹਨਾਂ ਨੂੰ ਉਜਾਗਰ ਕਰਨ ਖਾਤਰ ਉਹਨਾਂ ਨੇ ਇਹ ਨਹੀਂ ਕਰਿਆ ਕਿ ਪੰਜਾਬੀ ਦੇ ਸ਼ਬਦ ਅਰਥ ਉਹਨਾਂ ਨੇ ਆਪਣੇ ਨਵੇਂ ਕਰ ਦਿੱਤੇ। ਠੀਕ ਹੈ, ਉਹਨਾਂ ਨੇ ਸਿਰਫ ਉਹ ਜਿਹੜੇ ਰੂਲ ਸੀਗੇ ਉਹ ਲਾਗੂ ਕਰਕੇ ਉਹਨਾਂ ਨੇ ਸਾਨੂੰ ਯਾਨੀ ਦੱਸਿਆ ਵੀ ਗੁਰੂ ਸਾਹਿਬ ਇਹ ਗੁਰੂ ਸਾਹਿਬ ਦਾ ਅਸਲ ਮਨੋਰਥ ਸੀ, ਵੀ ਗੁਰੂ ਸਾਹਿਬ ਦਾ ਟੀਚੇ ਇਹ ਸਨ। ਮਤਲਬ ਉਹਦੇ ਵਿੱਚ ਗੱਲ ਇਹ ਆਉਂਦੀ ਆ ਵੀ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਦਾ ਕੰਮ ਆ ਜੀ, ਉਹ ਇੰਪੋਰਟੈਂਟ ਉਸ ਹਿਸਾਬ ਦੇ ਨਾਲ ਆ ਭਈ ਉਹਨਾਂ ਨੇ ਲਿੰਗੁਇਸਟਿਕਸ ਦੇ ਬੇਸ ਦੇ ਉੱਤੇ ਪਹਿਲਾਂ ਉਹਨਾਂ ਨੇ ਲਿੰਗੁਇਸਟਿਕਸ ਦੇ ਅਸੂਲ ਜਿਹੜੇ ਆ ਜੀ ਗੁਰਬਾਣੀ ਦੇ ਵਿੱਚੋਂ ਜੀ, ਉਹਦੇ ਵਿੱਚੋਂ ਹੀ ਉਹਨਾਂ ਨੇ ਉਹ ਜਿਹੜੇ ਆ ਵੀ ਉਹ ਇੱਧਰ ਕੱਢੇ ਕਲਮਬੰਦ ਕੀਤੇ ਜੀ ਗੁਰਬਾਣੀ ਵਿਆਕਰਣ ਦੇ ਬੇਸ ਤੇ। ਹਾਂਜੀ, ਉਹ ਤੋਂ ਬਾਅਦ ਉਹਦੇ ਵਿੱਚ ਫਿਰ ਉਹਨਾਂ ਨੇ ਉਹ ਅਸੂਲਾਂ ਦੇ ਬੇਸ ਦੇ ਉੱਤੇ ਅਰਥ ਜਿਹੜੇ ਆ ਵੀ ਉਹ ਕੱਲੇ ਅੱਖਰ ਦੇ ਕੀਤੇ ਜੀ। ਹੁਣ ਉਹ ਜੇ ਤੁਸੀਂ ਸਮਝਣਾ ਹੋਵੇ ਤੇ ਉਹ ਉਸ ਹਿਸਾਬ ਦੇ ਨਾਲ ਆ ਵੀ ਜਿੱਦਾਂ ਬੜੀ ਬੇਈਮਾਨੀ ਦੇ ਨਾਲ ਢੱਡਰੀਆਂ ਵਾਲੇ ਨੇ ਇਹ ਸਟੇਟਮੈਂਟ ਦੇ ਦਿੱਤੀ ਵੀ ਜਿਹਦੀ ਤੁਸੀਂ ਗੱਲ ਕੀਤੀ ਆ ਹਾਂਜੀ ਭਈ ਅਖੇ ਮਿਸ਼ਨਰੀਆਂ ਨੇ ਸੰਪਰਦਾਇਆਂ ਤੋਂ ਅੱਡ ਆਪੇ ਹੀ ਮਤਲਬ ਕਰ ਦਿੱਤੇ ਹਾਂ, ਜਦ ਕਿ ਉਹ ਤੇਰਾ ਝੂਠ ਆ, ਨਿਰੀ ਬੇਈਮਾਨੀ ਵਾਲੀ ਸਟੇਟਮੈਂਟ ਆ, ਆਪੇ ਨਹੀਂ ਮਤਲਬ ਹੋਏ ਭਰਾਵਾ। ਉਹ ਜਿਹੜੇ ਮਤਲਬ ਆ ਉਹ ਬਕਾਇਦਾ ਜਿਹੜੀ ਲਿੰਗੁਇਸਟਿਕ ਸਾਇੰਸ ਆ ਉਹਦੇ ਬੇਸ ਦੇ ਉੱਤੇ ਗੁਰਬਾਣੀ ਦੇ ਵਿਆਕਰਣ ਦੇ ਆਧਾਰ ਦੇ ਉੱਤੇ
ਉਹ ਮਤਲਬ ਜਿਹੜੇ ਆ ਉਹ ਕੱਢੇ ਗਏ ਆ ਵੀ ਆ ਇਹਦਾ ਮਤਲਬ ਆ ਬਣਦਾ, ਕਿਉਂਕਿ ਇਹ ਹੀ ਸ਼ਬਦ ਐਸ ਮਤਲਬ ਦੇ ਵਿੱਚ ਫਲਾਨੀ ਜਗ੍ਹਾ ਦੇ ਉੱਤੇ ਵੀ ਆਇਆ ਹੈ। ਤੇ ਜਦੋਂ ਤੁਸੀਂ ਉਹਦਾ ਸੰਪਰਦਾਈ ਟੀਕਾ ਚੱਕਦੇ ਆ, ਉਹ ਜੇ ਤੁਸੀਂ ਉਹ ਸੇਮ ਜਿਹੜਾ ਮਤਲਬ ਆ ਉਹ ਕੱਢਦੇ ਆ ਉਸ ਜਿਹੜਾ ਇਹ ਇੱਕ ਥਾਂ ਦੇ ਉੱਤੇ ਸੰਪਰਦਾਈ ਕੱਢਦੇ ਪਏ ਆ, ਜਿਹੜਾ ਬਾਅਦ ਚੋਂ ਰਿਜੈਕਟ ਕੀਤਾ ਗਿਆ, ਦੂਸਰੀ ਥਾਂ ਦੇ ਉੱਤੇ ਉਹਦਾ ਬਿਲਕੁਲ ਕੋਈ ਮਤਲਬ ਨਹੀਂ ਨਿਕਲਦਾ। ਸੋ ਉਹ ਸਾਰਾ ਕੁਝ ਜਿਹੜਾ ਆ ਉਹ ਆਪਸ ਦੇ ਵਿੱਚ ਹੀ ਉਹਨਾਂ ਦੀਆਂ ਜਿਹੜੀਆਂ ਨਲਾਇਕੀਆਂ ਸੀਗੀਆਂ ਸੰਪਰਦਾਈ ਟੀਕਾਕਾਰਾਂ ਦੀਆਂ, ਉਹਨਾਂ ਦਾ ਕਰਕੇ ਉਹ ਰਿਜੈਕਟ ਹੋਏ ਆ। ਇਹ ਨਹੀਂਗਾ ਵੀ ਇਹ ਵੀ ਆਪੇ ਮੱਜੇ ਦੀ ਮਰਜ਼ੀ ਆਈ ਉਹ ਚੱਕ ਕੇ ਰਿਜੈਕਟ ਕਰ ਦਿੱਤਾ। ਆਓ ਤੇਰੇ ਮਨ ਨਹੀਂ ਹੈਗਾ ਵੀ ਜਿਵੇਂ ਤੂੰ ਗਤੀ ਨੂੰ ਸਪੀਡ ਦੱਸੀ ਜਾਂਦਾ ਸੀ ਵੀ ਆਪੇ ਤੂੰ ਆਪਣੇ ਨਵੇਂ ਬਣਾਉਣ ਲੱਗ ਗਿਆ ਹਨਾ। ਪਹਿਲੀ ਗੱਲ ਤਾਂ ਇਹ ਹੈ ਵੀ ਤੂੰ ਜੇ ਤੇਰੇ 'ਚ ਥੋੜੀ ਬਹੁਤੀ ਇਮਾਨਦਾਰੀ ਹੈ, ਤੂੰ ਆਪਣੇ ਤਰੀਕੇ ਨਾਲ ਅਰਥ ਕਰਨੇ ਸ਼ੁਰੂ ਕਰ। ਮਤਲਬ ਵੀ ਤੂੰ ਸ਼ੁਰੂ ਕਰ, ਤੂੰ ਅਰਥ ਕਰ, ਤੂੰ ਕਹੇ ਭਈ ਇਹ ਭਈ ਨਹੀਂ ਆਹ ਸੰਪਰਦਾਈਆਂ ਨੇ ਕੀਤਾ, ਆਹ ਮਿਸ਼ਨਰੀਆਂ ਨੇ ਕੀਤਾ, ਤੇ ਮੈਂ ਆਹ ਮਤਲਬ ਕਰ ਰਿਹਾ ਐਸ ਬੇਸ ਦੇ ਉੱਤੇ। ਹਾਂ ਬਿਲਕੁਲ, ਉਹ ਤਾਂ ਬੇਸ ਦੇ ਉਹਦਾ ਭਈ ਆ ਮੇਰੇ ਕੋਲੇ ਪ੍ਰਮਾਣ ਆ ਇਹਦੇ ਕਰਕੇ ਵੀ ਮੈਂ ਮਿਸ਼ਨਰੀਆਂ ਵਾਲੇ ਰਿਜੈਕਟ ਕਰ ਰਿਹਾ ਤੇ ਸੰਪਰਦਾਈਆਂ ਵਾਲੇ ਐਕਸੈਪਟ ਕਰ ਰਿਹਾ। ਹਾਂਜੀ, ਹੁਣ ਇੱਥੇ ਆਪਾਂ ਕੋਟ ਕਰ ਦਿੰਦੇ ਆ ਗੱਲ। ਹੁਣ ਜਦੋਂ ਭਾਈ ਪੰਤਪ੍ਰੀਤ ਸਿੰਘ ਤੋਂ ਅਸੀਂ ਅਰਥ ਸੁਣਦੇ ਆ ਹੈਨਾ ਨਾ, ਉਹ ਮਿਸ਼ਨਰੀਆਂ ਦਾ ਹਿੱਸਾ ਵੀ ਨਹੀਂ ਸੀਗੇ, ਠੀਕ ਹੈ। ਉਹਨਾਂ ਨੇ ਜਦੋਂ ਕਰਦੇ ਉਹ ਕਹਿੰਦੇ ਵੀ ਗੁਰ ਕੀ ਬਾਣੀ ਗੁਰ ਤੇ ਜਾਤੀ, ਉਹ ਇੱਕ ਸ਼ਬਦ ਦੇ ਅਰਥ ਖੋਲਣ ਖਾਤਰ ਹੋਰ 10 ਸ਼ਬਦਾਂ ਦੇ ਪ੍ਰਮਾਣ ਦੇ ਕੇ ਉਹ ਉਸ ਵਿਸ਼ੇ ਦੇ ਨਾਲ ਸੰਬੰਧਿਤ ਸਾਰੇ ਸ਼ਬਦਾਂ ਦੀ ਵਿਆਖਿਆ ਕਰਕੇ ਰੱਖ ਦਿੰਦੇ ਆ, ਠੀਕ ਹੈ ਜੀ। ਹੁਣ ਮੈਂ ਕਹਿੰਦਾ ਵੀ ਜੇ ਇਹ ਕਹਦੇ ਵੀ ਮੈਨੂੰ ਸਮਝ ਲੱਗੀ ਐ ਇਦਾਂ ਕੁਝ ਵੀ ਆ, ਪਰ ਕਿਸੇ ਚੀਜ਼ ਦੇ ਬੇਸ ਉੱਤੇ ਚਾਹੇ ਗੁਰਬਾਣੀ ਦੇ ਹੋਰ ਸ਼ਬਦਾਂ ਦੇ ਆਧਾਰ ਦੇ ਉੱਤੇ ਪਹਿਲੀ ਗੱਲ ਤਾਂ ਵੀ ਤੂੰ ਲੜੀਵਾਰ ਇੱਕੋ ਓਂਕਾਰ ਤੋਂ ਲੈ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਸ਼ੁਰੂ ਕਰਨੇ ਕਰ। ਜਦੋਂ ਤੂੰ ਸ਼ੁਰੂ ਕਰੂੰਗਾ, ਜਿੱਥੇ ਭਾਈ ਤੇਰੇ ਸਹੀ ਹੋਣਗੇ ਉੱਥੇ ਮੰਨਣ 'ਚ ਕਿਸੇ ਨੂੰ ਕੋਈ ਇਨਕਾਰ ਹੀ ਨਹੀਂ ਹੋਣਾ। ਪਰ ਉਹਦੇ ਪਿੱਛੇ ਤੂੰ ਜਿਹੜਾ ਲੌਜਿਕ ਕਹਿੰਦਾ ਨਾ ਵੀ ਮੈਂ ਲੌਜਿਕ ਨਾਲ ਗੱਲ ਕਰਦਾ, ਉਹ ਲੌਜਿਕ ਵੀ ਨਹੀਂ ਵੀ ਉਹ ਭਾਸ਼ਾ ਤੈਨੂੰ ਕਿੱਥੇ ਤੇ ਸਮਝ ਲੱਗੀ ਆ, ਜਾਂ ਤੂੰ ਆਪੇ ਬਣਾਈ ਜਾਂਦਾ ਨਾ ਵੀ ਐਲਾਨ ਤੈਨੂੰ ਆਪੇ ਹੋ ਰਿਹਾ ਉਸ ਭਾਸ਼ਾ ਦਾ, ਹੈਨਾ। ਇਹ ਬੇਈਮਾਨੀ ਨਾ ਤੂੰ ਕਰ। ਤੂੰ ਆਪਣੇ ਬੰਦਿਆਂ ਨੂੰ ਹੁਣ ਸਾਰੇ ਉਹਦੇ ਵਿੱਚ ਉਹਨਾਂ ਦਾ ਭੜਕਾਉਣ ਦੇ ਜ਼ੋਰ ਇਹ ਲੱਗਿਆ ਹੁੰਦਾ ਵੀ ਆਹ ਹੋਇਆ ਜੀ ਮੈਂ ਕੌਨਫੀਡੈਂਸ ਭਰਦਾ, ਯਾਨੀ ਤੂੰ ਹਰੇਕ ਗੱਲ ਦੇ ਉੱਤੇ ਤੂੰ ਗੁਰੂ ਸਾਹਿਬ ਦਾ ਨਾਂ ਵਰਤ ਰਿਹਾ ਤੇ ਗੁਰੂ ਸਾਹਿਬ ਨੂੰ ਤੂੰ ਛੁਟਿਆ ਰਿਹਾ ਵੀ ਗੁਰੂ ਸਾਹਿਬ ਤਾਂ ਕੁਝ ਕਹਿਣੇ ਨਹੀਂ ਸੀ ਚਾਹੁੰਦੇ ਵੀ ਜਾਂ ਗੁਰੂ ਸਾਹਿਬ ਸਾਡੇ ਵਿੱਚ ਬਹੁਤ ਵੱਡਾ ਭੰਬਲ ਭੂਸਾ ਪਾ ਕੇ ਚਲੇ ਗਏ, ਹੈਨਾ ਵੀ ਇੱਕ ਜਗ੍ਹਾ ਉਹ ਇਦਾਂ ਕਹਿ ਗਏ, ਦੂਜੀ ਜਗ੍ਹਾ ਆ ਕਹਿ ਗਏ, ਤੀਜੀ ਜਗ੍ਹਾ ਆ ਕਹਿ ਦੇ, ਫਿਰ ਉਹ ਤੂੰ ਕਹੀ ਜਾ ਵੀ ਮੈਨੂੰ ਇਹ ਸਮਝ ਲੱਗਿਆ, ਦੂਏ ਨੂੰ ਇਹ ਸਮਝ ਲੱਗਿਆ, ਤੀਏ ਨੂੰ ਇਹ ਸਮਝ ਲੱਗਿਆ। ਉਹ ਸਿਚੁਏਸ਼ਨ ਜਿਹੜੀ ਆ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਅਜੇ ਤੱਕ ਟੀਕਾ ਨਹੀਂ ਹੀ ਕੀਤਾ, ਹਾਂਜੀ, ਉਸ ਵੇਲੇ ਸਿਚੁਏਸ਼ਨ ਜਿਹੜੀ ਆ ਉਹ ਇਦਾਂ ਦੀ ਸੀ ਵੀ ਜਿਹੜਾ ਅਰਨੈਸਟ ਟਰੰਪ ਆ ਨਾ ਜੀ 1877 ਦੇ ਵਿੱਚ ਉਹਨੇ ਕਿਤਾਬ ਲਿਖੀ, ਉਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਕਹਿੰਦਾ ਭਈ ਸਿੱਖ ਜਿਹੜੇ ਆ ਭਈ ਉਹ ਇੰਨੇ ਮੂਰਖ ਆ ਭਈ ਜਦੋਂ ਇੱਕ ਲਾਈਨ ਦੇ ਗੁਰਬਾਣੀ ਦੇ ਵਿੱਚੋਂ ਭਈ 8-8 10-10 ਜਿਹੜੇ ਮਤਲਬ ਕਰਦੇ ਆ ਤੇ ਉਹਨੂੰ ਉਹ ਕਹਿੰਦੇ ਆ ਵੀ ਇਹ ਸਾਡੀ ਵਿਦਵਤਾ ਹੈ। ਮਤਲਬ ਜਿਹੜਾ ਬਾਹਰੋਂ ਆਇਆ ਆ ਕੋਈ, ਉਹ ਜਦੋਂ ਵੇਖਦਾ ਆ ਵੀ ਇਹ ਕੀ ਕਰਦੇ ਪਏ ਆ, ਇਹ ਸੰਪਰਦਾਵਾਂ ਦੀ ਗੱਲ ਆ, ਸੰਪਰਦਾਵਾਂ ਦੀ, ਠੀਕ ਹੈ। ਤੇ ਉਹ ਉਸ ਵੇਲੇ ਉਹ ਕਹਿੰਦਾ ਆ ਵੀ ਇਹ ਮੂਰਖ ਆ ਵੀ ਜਿਹੜੇ ਇੱਕ ਤੁਕ ਦੇ ਮਤਲਬ ਹੀ ਇਹਨਾਂ ਨੂੰ ਨਹੀਂ ਪਤਾ ਵੀ ਕੀ ਮਤਲਬ ਨੇ, ਕੀ ਮਤਲਬ। ਉਹ 8-8 10-10 ਉਹਦੇ ਮਤਲਬ ਕੱਢ ਕੇ ਤੇ ਉਹ ਕਹਿੰਦੇ ਵੀ ਦੇਖੋ ਵੀ ਕਿੱਡੀ ਇਹ ਮਹਾਨ ਆ ਇਹ ਤੁਕ, ਤੇ ਇਹਦੇ ਇੰਨੇ ਮਤਲਬ ਕੱਢੇ ਜਾ ਸਕਦੇ। ਉਹ ਕਹਿੰਦਾ ਵੀ ਜੇ ਮਤਲਬ ਉਹਦਾ ਇੱਕ ਹੈ ਹੀ ਨਹੀਂਗਾ ਤੇ ਤੁਸੀਂ ਉਹਨੂੰ ਮਹਾਨ ਕਿੱਦਾਂ ਕਹਿ ਰਹੇ ਹੋ। ਇਹ ਦੁਬਾਰਾ ਸਾਨੂੰ ਉੱਥੇ ਲੈ ਕੇ ਜਾ ਰਿਹਾ, ਉੱਥੇ ਲੈ ਕੇ ਜਾ ਰਿਹਾ। ਇਹ ਦੇਖੋ ਕਿੱਡੀ ਬੇਈਮਾਨੀ ਹੈ, ਕਿੱਡੀ ਬੇਈਮਾਨੀ ਆ। ਅਰੇ ਸਾਰੇ ਰਸਤੇ ਖੋਲ ਰਿਹਾ ਇਸ ਤਰੀਕੇ ਦੇ ਨਾਲ। ਇਹ ਉਹਨਾਂ ਸਾਰੇ ਬ੍ਰਾਹਮਣੀਕਰਨ ਬੰਦੇ ਜਿਹੜੇ ਪੰਡਤਾਂ ਨੇ ਕਈਆਂ ਨੇ ਅਰਥ ਕਰੇ ਹੋਏ ਆ, ਇਹ ਉਹਨਾਂ ਨੂੰ ਪ੍ਰਮਾਣਿਕ ਵੀ ਕਰ ਰਹੇ ਆ, ਕਿਉਂਕਿ ਉਹ ਸਾਡੇ ਕੋਲ ਕਿਆ ਦਲੀਲ ਹੋਊਗੀ ਜਦੋਂ ਉਹ ਕਹਿਣਗੇ ਭਾਈ ਠੀਕ ਹੈ ਢੱਡਰੀ ਵਾਲਾ ਸਾਹਿਬ, ਉਹਦਾ ਕਹਿਣਾ ਢਿੱਲੋਂ ਸਾਹਿਬ ਦਾ, ਜਿਵੇਂ ਢਿੱਲੋਂ ਐਵੇਂ ਢੱਡਰੀ ਵਾਲਾ ਸਾਹਿਬ ਇਹ ਕਹਿ ਰਿਹਾ ਤੇ ਵੀ ਸਾਡਾ ਨਜ਼ਰੀਆ ਸਾਡਾ ਇਹ ਆ, ਸਾਨੂੰ ਇਹ ਸਮਝ ਲੱਗ ਰਹੀ ਆ, ਗਲਤ ਕੋਈ ਵੀ ਨਹੀਂ। ਫਿਰ ਉਹ ਆ ਜਿਹੜਾ ਉਹ ਉਦਾਹਰਨ ਹੁੰਦਾ ਮੀਟ ਵਾਲੀ, ਕਹਿੰਦਾ ਵੀ ਇਹ ਨਿਹੰਗ ਜਿਹੜੇ ਉਹ ਕਹਿੰਦੇ ਮੀਟ ਖਾਣਾ ਠੀਕ ਆ, ਤੇ ਮਿਸ਼ਨਰੀਆਂ ਨੂੰ ਤੇ ਨਹੀਂ ਕਹਿੰਦਾ, ਟਕਸਾਲੀ ਨਾ ਮਿਸ਼ਨਰੀਆਂ ਨੂੰ ਕਹਿੰਦਾ ਵੀ ਮਿਸ਼ਨਰੀ ਤੇ ਨਿਹੰਗ ਸਿੰਘ ਕਹਿੰਦੇ ਖਾਣਾ ਠੀਕ ਆ, ਤੇ ਟਕਸਾਲੀ ਕਹਿੰਦੇ ਆ ਵੀ ਨਹੀਂ ਠੀਕ, ਹਾਂ ਸੰਪਰਦਾਇ ਕਹਿੰਦੇ ਠੀਕ ਨਹੀਂ। ਭਾਈ ਤੂੰ ਇੰਨਾ ਹੀ ਤੇ ਤੇਰੇ 'ਚ ਹਿੰਮਤ ਹੈ ਨਹੀਂ ਵੀ ਤੂੰ ਇਹ ਦੱਸ ਦਵੇਂ ਵੀ ਤੈਨੂੰ ਕੀ ਸਮਝ ਲੱਗੀ ਆ। ਫਿਰ ਜੇ ਤੂੰ ਸਮਝ ਦੀ ਗੱਲ ਹੀ ਕਰਦਾ, ਤੂੰ ਕਹਿ ਵੀ ਇਹ ਵੀ ਹਾਂ ਵੀ ਮੈਨੂੰ ਲੱਗਦਾ ਵੀ ਆ ਮੈਨੂੰ ਸਮਝ ਇਹ ਲੱਗੀ ਵੀ ਨਿਹੰਗ ਤੇ ਮਿਸ਼ਨਰੀ ਜਿਹੜੇ ਆ ਵੀ ਉਹ ਠੀਕ ਕਹਿੰਦੇ ਆ, ਜਾਂ ਨਿਹੰਗ ਤੇ ਮਿਸ਼ਨਰੀ ਗਲਤ ਕਹਿੰਦੇ ਆ, ਤੇ ਆ ਐਸ ਕਾਰਨ ਕਰਕੇ ਗੁਰਬਾਣੀ ਦੇ ਵਿੱਚੋਂ ਆ ਪ੍ਰਮਾਣ ਨੇ ਵੀ ਜਿਹਦੇ ਕਰਕੇ ਮੇਰੀ ਸਮਝ ਜਿਹੜੀ ਆ ਵੀ ਉਹ ਆ ਬਣੀ ਆ। ਫਿਰ ਤਾਂ ਸਮਝ ਲੱਗਦੀ ਆ ਵੀ ਹਾਂ ਵੀ ਸਮਝ ਨੂੰ ਅੱਛਾ ਬਈ ਏਦਾਂ ਕਹਿ ਰਿਹਾ। ਪਰ ਜਦੋਂ ਇਹ ਕਹਿ ਦੇਣਾ ਵੀ ਇਹ ਵੀ ਉਹ ਐਂ ਕਹਿ ਰਹੇ ਆ, ਉਹ ਐਂ ਕਹਿ ਰਹੇ ਆ, ਤੇ ਗੁਰੂ ਸਾਹਿਬ ਦੋਵੇਂ ਗੱਲਾਂ ਤੇ ਕਰ ਨਹੀਂ ਸਕਦੇ, ਇਹ ਤਾਂ ਬੇਈਮਾਨੀ ਹੋ ਗਈ, ਬੇਈਮਾਨੀ ਹੋ ਗਈ ਹੈ ਨਾ। ਉੱਥੇ ਕਹਿ ਰਹੇ ਵੀ ਗੁਰੂ ਸਾਹਿਬ ਨੇ ਇੱਕ ਗੱਲ ਕਰੀ ਆ, ਤੇ ਹੁਣ ਕਹਿ ਰਿਹਾ ਵੀ ਇਹ ਗੱਲ ਕਹੋ ਵੀ ਮੈਨੂੰ ਇਹ ਸਮਝ ਲੱਗੀ ਆ, ਹੈਨਾ ਵੀ ਉਹ ਗੱਲ ਦੇ ਨੇੜੇ ਤੂੰ ਕਿਹੜੇ ਹਿਸਾਬ ਦੇ ਨਾਲ ਜਾਊਂਗਾ ਵੀ ਜੋ ਗੁਰੂ ਸਾਹਿਬ, ਫਿਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਗੁਰੂ ਸਾਹਿਬ ਕਹਿਣਾ ਕਿਆ ਚਾਹੁੰਦੇ ਆ, ਹੈਨਾ। ਜਿਹੜੀ ਨਾ ਅੰਗਰੇਜ਼ੀ ਦੀ ਡਿਕਸ਼ਨਰੀ ਬਣੀ ਜੀ, ਉਹਦੇ ਪਿੱਛੇ ਵੀ ਭਈ ਇਹ ਹੀ ਆ ਵੀ ਜਦੋਂ ਤੁਸੀਂ ਹਿਸਟਰੀ ਪੜ੍ਹਦੇ ਨਾ ਵੀ ਉਹ ਕਹਿੰਦੇ ਵੀ ਇਹ ਵੀ ਜਿੱਦਾਂ ਨਾ ਭਈ ਅਕੈਡਮਿਕ ਡਿਬੇਟ ਜਿਹੜੀਆਂ ਆ ਉਹ ਅੰਗਰੇਜ਼ਾਂ ਦੇ ਵਿੱਚ ਵਧਣ ਲੱਗੀਆਂ ਜੀ, ਤੇ ਜਿਹੜੀਆਂ ਮੇਨ ਲੜਾਈਆਂ ਹੋਈਆਂ ਵੱਡੀਆਂ ਵੀ ਸ਼ਬਦੀ ਲੜਾਈਆਂ
ਉਹ ਸਿਰਫ ਅੱਖਰਾਂ ਦੇ ਮਤਲਬਾਂ ਦੇ ਉੱਤੇ ਹੋਈਆਂ ਜੀ। ਹੁਣ ਵੀ ਉਹ ਕਵੇ ਕੋਈ ਕਹਿੰਦੇ ਵੀ ਨਹੀਂ ਇਸ ਅੱਖਰ ਦਾ ਆਹ ਮਤਲਬ ਬਣਦਾ ਵੀ ਜਿਹੜੀ ਤੂੰ ਆਹ ਲਾਈਨ ਲਿਖੀ ਆ ਇਹਦਾ ਮਤਲਬ ਆਹ ਬਣਨਾ, ਦੂਜਾ ਕਵੇ ਵੀ ਨਹੀਂ ਇਹਦਾ ਮਤਲਬ ਆਹ ਨਹੀਂ ਬਣਦਾ, ਇਹਦਾ ਮਤਲਬ ਆਹ ਬਣਦਾ। ਉਹ ਕਹਿੰਦਾ ਵੀ ਮੈਂ ਲਿਖਿਆ ਆ ਮੇਰਾ ਆਹ ਮਤਲਬ ਆ, ਉਹ ਕਹਿੰਦਾ ਵੀ ਤੂੰ ਸ਼ਬਦ ਗਲਤ ਵਰਤੇ। ਫਿਰ ਉਹ ਫਿਰ ਜਦੋਂ ਇੱਕ ਵਾਰੀ ਡਿਕਸ਼ਨਰੀ ਬਣ ਗਈ ਉਹਦੇ ਵਿੱਚ ਸਿੱਧਾ ਹੀ ਇਹ ਹੋ ਗਿਆ ਵੀ ਅੱਛਾ ਭਾਈ ਵੀ ਠੀਕ ਆ ਵੀ ਇਹਦੇ ਉੱਤੇ ਲੜਨੇ ਦੀ ਗੱਲ ਨਹੀਂ, ਡਿਕਸ਼ਨਰੀ ਦੇਖ ਲਓ ਵੀ ਉਹਦੇ ਵਿੱਚ ਆਹ ਸ਼ਬਦ ਕਿੱਦਾਂ ਵਰਤਿਆ। ਜੇ ਤੂੰ ਕਹਿੰਦਾ ਵੀ ਮੇਰਾ ਆਹ ਮਤਲਬ ਨਹੀਂ ਸੀ, ਤੂੰ ਮੰਨ ਲਾ ਵੀ ਮੈਂ ਗਲਤ ਵਰਤਿਆ, ਠੀਕ ਆ, ਇੱਕ ਪੈਮਾਨਾ ਬਣ ਗਿਆ। ਹੁਣ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਇਹ ਸੇਵਾ ਸਿੱਖ ਕੌਮ ਲਈ ਕੀਤੀ ਆ ਭਈ ਉਹਨਾਂ ਨੇ ਉਹ ਅਸੂਲ ਗੁਰਬਾਣੀ ਦੇ ਵਿਆਕਰਣ ਦੇ ਤੇ ਪਲੱਸ ਜਿਹੜੀ ਲੈਂਗੁਏਜ ਦੇ ਭਾਸ਼ਾ ਦੇ ਜਿਹੜੇ ਆ ਦੂਸਰੇ ਭਾਸ਼ਾ ਵਿਗਿਆਨ ਜਿਹੜਾ ਲਿੰਗੁਇਸਟਿਕ ਸਾਇੰਸ ਵੀ ਉਹਦੇ ਜਿਹੜੇ ਅਸੂਲ ਆ ਉਹਨਾਂ ਦੇ ਬੇਸ ਦੇ ਉੱਤੇ ਕੱਲੇ ਅੱਖਰ ਦੇ ਮਤਲਬ ਕੱਢੇ ਔਰ ਫਿਰ ਉਹਨਾਂ ਮਤਲਬਾਂ ਦੇ ਪ੍ਰਮਾਣ ਵੀ ਦਿੱਤੇ ਆ ਭਈ ਇਸ ਸ਼ਬਦ ਦਾ ਇੱਥੇ ਆ ਮਤਲਬ ਆ ਕਿਉਂਕਿ ਇਹੀ ਸ਼ਬਦ ਇਸੇ ਮਤਲਬ ਦੇ ਵਿੱਚ ਆ ਜਗ੍ਹਾ ਦੇ ਉੱਤੇ ਆਇਆ ਹੈ ਬਾਣੀ ਦੇ ਵਿੱਚ। ਹਾਂਜੀ, ਉਹ ਜਿਵੇਂ ਆਪਾਂ ਵੀ ਕਹਿੰਦੇ ਕਿ ਕਨਸੈਪਟ ਵੀ ਪੂਰੇ ਸ਼ਬਦ ਦੇ ਵਿੱਚ ਜਿਹੜਾ ਕਨਸੈਪਟ ਚੱਲ ਰਿਹਾ ਉਹਦੇ ਆਧਾਰ ਤੇ ਜਿਹੜੇ ਆ ਉਹ ਆਪਾਂ ਅਰਥ ਜਿਹੜੇ ਉਹਦੇ ਕਰਦੇ ਆ, ਜੇ ਕਿਤੇ ਬਦਲਦੇ ਵੀ ਆ ਤਾਂ ਉਸ ਹਿਸਾਬ ਨਾਲ ਹੀ ਬਦਲਦੇ। ਇਹ ਦੁਆਰਾ ਫੇਰ ਜਿਹੜੀ ਆ ਭਈ ਘੜੀ ਸਾਰੀ ਦੀ ਸਾਰੀ ਵਾਪਸ ਉਸ ਟਾਈਮ ਦੇ ਉੱਤੇ ਘੁਮਾ ਰਿਹਾ ਭਈ ਜਿੱਥੇ ਕੋਈ ਪੈਮਾਨਾ ਨਹੀਂ ਸੀ, ਜਿਹਦਾ ਮਰਜ਼ੀ ਜੋ ਮਰਜ਼ੀ ਇਹ ਕਰੀ ਜਾਂਦਾ ਸੀ ਤੇ ਜਿਹੜਾ ਆਪਣੇ ਆਪ ਨੂੰ ਵੱਡਾ ਵਿਦਵਾਨ ਅਖਾਉਂਦਾ ਸੀ ਜਾਂ ਕਹ ਲਓ ਵੀ ਆਪਣੇ ਆਪ ਨੂੰ ਵੱਡੇ ਵਿਦਵਾਨ ਵਜੋਂ ਐਸਟੈਬਲਿਸ਼ ਕਰਨੇ ਦੇ ਵਿੱਚ ਕਾਮਯਾਬ ਹੋ ਜਾਂਦਾ ਸੀ, ਉਹ ਕਹਿੰਦਾ ਸੀ ਵੀ ਮੈਂ ਤੇ ਇੱਦਾਂ ਹੀ ਕਰਨਾ। ਅੱਛਾ, ਉਹਦੇ ਇੱਕ ਹੋਰ ਵੀ ਤੁਸੀਂ ਮੈਂ ਕਹਿੰਦਾ ਇਹਦਾ ਧਿਆਨ ਰੱਖੋ ਗੱਲ ਦਾ ਕਿ ਇੱਕ ਪਾਸੇ ਜਦੋਂ ਮਰਿਆਦਾ ਦੀ ਗੱਲ ਕਰਦਾ ਉਦੋਂ ਕਹਿੰਦਾ ਵੀ ਮਰਿਆਦਾ ਇੱਕ ਹੋਣੀ ਚਾਹੀਦੀ ਹੈ, ਇਦਾਂ ਹੋਣੀ ਚਾਹੀਦੀ ਹੈ, ਤੇ ਇੱਥੇ ਕਹਿੰਦਾ ਵੀ ਸਾਰਿਆਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਹੁਣ ਇਹ ਜਿਹੜੀ ਇਹਦੀ ਸਮਝ ਹੈ ਇਹਨੂੰ ਹਰੇਕ ਜਗ੍ਹਾ ਤੇ ਲਾ ਲਓ, ਮਰਿਆਦਾ ਤੇ ਲਾ ਲਓ, ਹੋਰ ਉਹ ਕਹਿੰਦੇ ਵੀ ਸਾਨੂੰ ਤਾਂ ਇਹੀ ਸਮਝ ਲੱਗੀ ਆ, ਤਾਂ ਵੀ ਤੁਸੀਂ ਕਿਸੇ ਨੂੰ ਗਲਤ ਕਹਿ ਨਹੀਂ ਸਕਦੇ ਹੈ ਨਾ। ਸਾਰੇ ਸੰਪਰਦਾਇ ਸਾਰੇ ਡੇਰੇ ਯਾਨੀ ਇਹ ਸਾਰਾ ਕੁਝ ਜੇ ਇਹਨੂੰ ਆਪਾਂ ਇਦਾਂ ਮੰਨ ਲਈਏ ਜੇ ਇਦਾਂ ਹੋ ਗਿਆ ਤੇ ਇਦਾਂ 2 ਮਿੰਟ ਵਾਸਤੇ ਮੰਨ ਲਓ ਵੀ ਸਾਰੇ ਕਹਿੰਦੇ ਖੁੱਲ੍ਹ ਹੋ ਗਈ ਤਾਂ ਇਹਦੇ ਨਾਲ ਨੁਕਸਾਨ ਕਿਹਦਾ ਹੋਣਾ ਜੀ, ਤੇ ਖਾਨਾ ਜਗੀ ਕਿਹਦੀ ਚੱਲਣੀ ਆ ਸਿੱਖਾਂ ਦੀ, ਤੇ ਫਿਰ ਤੂੰ ਏਜੰਡਾ ਕਿਹਦਾ ਪੁਸ਼ ਕਰ ਰਿਹਾ ਹੈ ਆਰਐਸਐਸ ਦਾ। ਬਿਲਕੁਲ ਠੀਕ ਹੈ, ਫਿਰ ਆਪਣੇ ਆਪ ਨੂੰ ਇਹ ਦੱਸ ਰਿਹਾ ਵੀ ਮੈਂ ਬਹੁਤ ਵੱਡਾ ਵਿਦਵਾਨ ਹਾਂ ਹੈਨਾ, ਅਤੇ ਬੇਸ ਕੋਈ ਨਹੀਂ, ਆਧਾਰ ਕੋਈ ਨਹੀਂ। ਜਦੋਂ ਉਹਦਾ ਜੀ ਕਰਿਆ ਇਦਾਂ ਹੀ ਇਤਿਹਾਸ ਦੇ ਨਾਲ ਬੇਈਮਾਨੀ ਕਰਦਾ, ਜਦੋਂ ਉਹਦਾ ਜੀ ਕਰਿਆ ਉਦੋਂ ਇਹ ਇਤਿਹਾਸ ਉਹਨਾਂ ਸਰੋਤਾਂ 'ਚੋਂ ਸੁਣਾ ਦਿੰਦਾ, ਤੇ ਜਦੋਂ ਜਿਹੜਾ ਜੀ ਕਰਿਆ ਵੀ ਲੋ ਜੀ ਇਹ ਗੱਲਾਂ ਤਾਂ ਕਿਸੇ ਨੇ ਦੱਸੀਆਂ ਹੀ ਨਹੀਂ, ਫਿਰ ਉਹਨਾਂ 'ਚੋਂ ਕੱਢ ਕੇ ਉਹ ਦੱਸ ਦਿੰਦਾ ਵੀ ਭਰਾਵਾ ਜੇ ਤੈਨੂੰ ਅੱਜ ਉਹ ਇਹਦਾ ਜੇ ਤੂੰ ਅੱਜ ਜਾਗਿਆ ਤੂੰ ਇਹ ਨਾ ਕਹਿ ਵੀ ਦਿਨ ਅੱਜੇ ਚੜਿਆ ਹੈਨਾ, ਦਿਨ ਭਰਾਵਾ ਬਹੁਤ ਦੇਰ ਦਾ ਚੜਿਆ ਹੋਇਆ ਹੈਨਾ, ਤੇਰੀ ਅੱਖ ਅੱਜ ਖੁੱਲੀ ਹੈ ਤੇ ਤੂੰ ਹੁਣ ਇਹ ਨਾ ਕਹਿ ਵੀ ਬੱਲੇ 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 ਦਿਨੇ ਅੱਜ ਚੜਿਆ ਤੂੰ ਪਹੇ ਜੀ ਹੁੰਦੀ ਆ ਹੈਨਾ, ਵੀ ਪਹਿਲਾਂ ਕਿਸੇ ਨੇ ਦੱਸੇ ਨਹੀਂ ਵੀ ਤੂੰ ਪਤਾ ਸੇਕ ਕਿੱਦਾਂ ਦਾ ਹੁੰਦਾ ਹੈਨਾ, ਕੋਈ ਮਾੜੀ ਮੋਟੀ ਸ਼ਰਮ ਕਰ ਲੈ, ਏਡੇ ਮੂਰਖ ਨਹੀਂ ਹੈ ਲੋਕ। ਸਿੱਖ ਸਿਆਸਤ ਵਾਲਿਆਂ ਨੇ ਨਾ ਡਾਕਟਰ ਸਿਕੰਦਰ ਸਿੰਘ ਦੀ ਪ੍ਰੈਜੈਂਟੇਸ਼ਨ ਆ ਪੇਪਰ ਦੇ ਉੱਤੇ ਜੀ, ਇਹ ਪੇਪਰ ਦਾ ਮਤਲਬ ਕੀ ਆ ਤੇ ਹੋਰ ਸਾਰਾ ਸੰਕਲਪ ਜਿਹੜਾ, ਤੇ ਉਹਦੇ ਵਿੱਚ ਨਾ ਉਹ ਬੜੀ ਵਧੀਆ ਇੱਕ ਗੱਲ ਦੱਸਦੇ ਆ ਵੀ ਉਹ ਜਿਹੜੇ ਵੀ ਸਰੋਤਿਆਂ ਨੂੰ ਟਾਈਮ ਲੱਗੇ ਤੇ ਉਹ ਜ਼ਰੂਰ ਸੁਣਿਓ ਵੀ ਡਾਕਟਰ ਸਿਕੰਦਰ ਸਿੰਘ ਦੀ ਪੇਪਰ ਦੇ ਉੱਤੇ ਵੀ ਪੇਪਰ ਕੀ ਆ ਜੀ। ਉਹਦੇ ਵਿੱਚ ਉਹ ਕਹਿੰਦੇ ਵੀ ਜਿਹੜਾ ਫਰਕ ਹੈ ਨਾ ਮੇਨ ਸਿੱਖ ਦੇ ਵਿੱਚ ਤੇ ਪੇਪਰ ਦੇ ਵਿੱਚ ਜੀ, ਉਹ ਇਹ ਆ ਭਈ ਸਿੱਖ ਜਿਹੜਾ ਆ ਉਹਦੇ ਲਈ ਜੋ ਸੇਕਰਡ ਆ ਜੀ ਉਹ ਆਪਣੀ ਜਾਨ ਵੀ ਦੇਣ ਨੂੰ ਤਿਆਰ ਆ ਉਸ ਚੀਜ਼ ਲਈ, ਵੀ ਭਾਵੇਂ ਉਹ ਸਿਧਾਂਤ ਆ ਤੇ ਭਾਵੇਂ ਜਗ੍ਹਾ ਆ ਵੀ ਜਿੱਦਾਂ ਦਰਬਾਰ ਸਾਹਿਬ ਦੇ ਉੱਤੇ ਲਈ ਵੀ ਜਦੋਂ ਬਾਬਾ ਗੁਰਬਖਸ਼ ਸਿੰਘ ਵੀ ਉਹ ਕਹਿੰਦੇ ਆ ਵੀ ਜਿੰਨੀ ਦੇਰ ਸਾਡੇ ਚੋਂ 30 ਚੋਂ ਇੱਕ ਵੀ ਜੀਂਦਾ ਆ ਉਨੀ ਦੇਰ ਤੱਕ ਦਰਬਾਰ ਸਾਹਿਬ ਦੀ ਸ਼ਾਨ ਦੇ ਖਿਲਾਫ ਵੀ ਜਿਹੜਾ ਹਮਲਾਵਰ ਆ ਵੀ ਉਹ ਕੋਈ ਸਟੈਪ ਨਹੀਂ ਲੈ ਸਕਦਾ ਜੀ। ਸੋ ਉਹ ਇੰਨਾ ਕਹਿ ਲਓ ਵੀ ਉਹਨਾਂ ਦਾ ਸੰਕਲਪ ਆ, ਉਹ ਕਮਿਟਮੈਂਟ ਆ ਜੀ। ਤੇ ਇਹਦੇ ਉਲਟ ਕਹਿੰਦੇ ਵੀ ਜਿਹੜਾ ਬਾਹਮਣ ਆ ਪੇਪਰ ਜੀ ਉਹਦੇ ਲਈ ਜਿਹੜੇ ਸਭ ਤੋਂ ਸੇਕਰਡ ਜਗ੍ਹਾ ਸੀਗੀਆਂ ਜੀ ਭਈ ਪੁਰੀ ਵਾਲਾ ਤੇ ਹੋਰ ਜਿਹੜੇ ਮੰਦਰ ਸੀਗੇ ਵੀ ਜਿਹੜੇ ਉਹ ਕਹਿੰਦਾ ਸੀ ਵੀ ਇੱਥੇ ਰੱਬ ਵਸਦਾ ਜੀ, ਜਦੋਂ ਦੁਸ਼ਮਣ ਆਇਆ ਹਮਲਾਵਰ ਹੋ ਕੇ ਉਹ ਛੱਡ ਕੇ ਆਰਾਮ ਨਾਲ ਨਿਕਲ ਗਿਆ। ਇਹ ਸੰਭੋ ਤੁਸੀਂ ਇਹਨੂੰ ਮਤਲਬ ਉਹਦੇ ਲਈ ਸਭ ਤੋਂ ਸੇਕਰਡ ਜਗ੍ਹਾ ਆ ਉਹ, ਸੇਕਰਡ ਜਗ੍ਹਾ ਉਹ, ਪਰ ਉਹ ਕਹਿੰਦੇ ਵੀ ਉਹ ਜਗ੍ਹਾ ਨੂੰ ਛੱਡਣ ਲੱਗਿਆ ਵੀ ਉਹਨੇ ਮਿੰਟ ਨਹੀਂ ਲਾਇਆ, ਉਹ ਚੁੱਪ ਕਰਕੇ ਆਪਣੀ ਜਾਨ ਬਚਾ ਕੇ ਤੇ ਗਾਂ ਚੱਲ ਗਿਆ। ਸੋ ਕਹਿੰਦੇ ਵੀ ਇਹ ਮੇਨ ਫਰਕ ਆ। ਹੁਣ ਜਦੋਂ ਤੁਸੀਂ ਇਹਨੂੰ ਉਧਰ ਜੋੜਦੇ ਆ ਵੀ ਆ ਜਿਹੜਾ ਢੱਡਰੀਆਂ ਵਾਲਾ ਤੇ ਹੋਰ ਜਿਹੜੇ ਆ ਖੱਪ ਗ੍ਰੇਡ ਤੇ ਇਹ ਫੰਡਰਗਾਵਾਂ ਜਦੋਂ ਸ਼ਹਾਦਤ ਦੇ ਉੱਤੇ ਹਮਲਾ ਕਰਦੀਆਂ ਸੰਕਲਪ ਦੇ ਉੱਤੇ ਜੀ ਭਈ ਜੀ ਸਿੱਖਾਂ ਦੇ ਵਿੱਚ ਸ਼ਹਾਦਤ ਦਾ ਕਨਸੈਪਟ ਹੀ ਹੈ ਨਹੀਂ, ਔਰ ਕਹਿੰਦੇ ਆ ਵੀ ਇਹ ਵੀ ਜੀਣਾ ਸਿਆਣ ਪਿਆ ਕਿ ਮਰਨਾ। ਉਹ ਦੇਖੋ ਵੀ ਤੁਸੀਂ ਵੀ ਇਹ ਪੇਪਰ ਦਾ ਜਿਹੜਾ ਸਿਧਾਂਤ ਆ ਵੀ ਉਹਦਾ ਪ੍ਰਚਾਰ ਕਰ ਰਹੀ ਆ ਕਿ ਸਿੱਖੀ ਦੇ ਸਿਧਾਂਤ ਦਾ ਪ੍ਰਚਾਰ ਕਰ ਰਹੇ ਆ। ਹੁਣ ਇਹ ਗੱਲਾਂ ਦਾ ਡਿਫਰੈਂਸ ਸਾਨੂੰ ਆਮ ਸਿੱਖਾਂ ਨੂੰ ਕਰਨਾ ਚਾਹੀਦਾ ਹੈ, ਇਸ ਕਰਕੇ ਨਾ ਕਹੀ ਚਲੋ ਵੀ ਅਸੀਂ ਬਾਬਾ ਜੀ ਦੇ ਸ਼ਰਧਾਲੂ ਹੈ ਕਿ ਇਹ ਤਾਂ ਹੀ ਬਾਬਾ ਜੀ ਦੇ ਉਲਟ ਕਰਦੇ ਆ, ਸਾਡਾ ਦਿਮਾਗ ਨਹੀਂ ਖਰਾਬ ਹੋਇਆ ਵੀ ਅਸੀਂ ਉਲਟ ਕਰਦੇ ਆ। ਜੇ ਕੋਈ ਸਿੱਖੀ ਦੇ ਵਿੱਚ ਪ੍ਰਚਾਰ ਕਰਦਾ ਹੈ ਤਾਂ ਇਹਦੇ ਆਪਣਾ ਘਰ-ਬਾਰ ਛੱਡ ਕੇ ਕਰੇ ਉਹ ਹਨਾ ਪੂਰਾ ਜਿਹੜਾ ਪ੍ਰਣਾ ਕੇ ਕਰੇ ਜਿਹਦੇ ਵਿੱਚ ਕੌਮ ਦਾ ਕੁਝ ਭਲਾ ਹੋਵੇ, ਕੌਮ ਦਾ ਜਿਹੜਾ ਆਪਾਂ ਕਹਿੰਦੇ ਆ ਵੀ ਨੌਜਵਾਨੀ ਤੱਕ ਉਹਦਾ ਪ੍ਰਚਾਰ ਪ੍ਰਸਾਰ ਹੋਵੇ ਸਿਧਾਂਤਾਂ ਦਾ, ਇਹ ਸਾਰਾ ਕੁਝ ਖਿਲਵਾੜ ਕਰਨ ਲੱਗਿਆ ਹੋਇਆ। ਅੱਛਾ ਇੱਕ ਹੋਰ ਦਿਲਚਸਪ ਗੱਲ ਦੱਸਿਓ, ਕਹਿੰਦਾ ਗੱਲ ਜਿਹੜੀ ਉਹ ਸਥਾਪਤੀ ਦੀ ਆ
ਸਾਰੀਆਂ ਚੀਜ਼ਾਂ ਦੱਸ ਰਿਹਾ ਨਾ ਪਹਿਲਾਂ ਵਿੱਚੋਂ ਵੀ ਉਹ ਰਾਜਨੀਤਿਕ ਬੰਦੇ, ਪੱਤਰਕਾਰ, ਧਮਕੜੇ ਵੀ ਜਿਹੜੇ ਸਥਾਪਤ ਆ ਉਹ ਨਵੇਂ ਨੂੰ ਨਹੀਂ ਆਉਣ ਦਿੰਦੇ। ਅੱਛਾ ਹਨਾ ਵੀ ਇਹ ਕਬੀਲਾਬਾਜੀ ਸੋਚ ਤੇਰੀ ਹੋਣੀ ਆ, ਜਿਹੜੀਆਂ ਬਕਾਇਦਾ ਜਾਗੀਆਂ ਹੋਈਆਂ ਦੁਨੀਆ ਦੇ ਵਿੱਚ ਵਸਦੀਆਂ, ਉਹ ਤੂੰ ਬਾਹਰਲੇ ਕੰਟਰੀਆਂ ਦੀਆਂ ਐਗਜ਼ਾਮਪਲਾਂ ਦੇਣ ਲੱਗ ਜਾਂਦਾ। ਉਹ ਤਾਂ ਤਿਆਰ ਕਰਦੇ ਆ ਵੀ ਲੀਡਰਸ਼ਿਪ ਨਵੀਂ ਨੂੰ ਤਿਆਰ ਕਰਦੇ ਆ, ਅਗਲੇ ਯੂਨੀਵਰਸਿਟੀ ਕਾਲਜ ਜਿਹੜੇ ਜਰਨਲਿਜ਼ਮ ਦੇ ਕੋਰਸ ਉੱਤੇ ਤਿਆਰ ਕਰਦੇ ਆ, ਉਹ ਨਵੇਂ ਨੂੰ ਉਹ ਤੇ ਆਉਂਦੇ ਆ। ਇਹ ਕਬੀਲਾਬਾਦੀ ਤੇਰੇ 'ਚ ਹੋਣੀ ਆ, ਹੈਨਾ। ਫਿਰ ਉਹਦੇ ਬਾਅਦ ਇੱਕ ਗੱਲ ਹੋਰ ਉੱਥੇ ਕਰਦਾ, ਕਹਿੰਦਾ ਵੀ ਜਦੋਂ ਇਹ ਕਹਿੰਦਾ ਇਹਨਾਂ ਨੇ ਰੱਦ ਕਰ ਦਿੱਤੀ ਆ ਪੁਰਾਣਿਆਂ ਦੀ, ਕਹਿੰਦਾ ਜੇ ਹੁਣ ਮੈਂ ਆਇਆ, ਇਹ ਉਹਨਾਂ ਨੂੰ ਦੱਸ ਰਿਹਾ ਵੀ ਉਹ ਸਥਾਪਤ ਹੋਈਆਂ ਧਿਰਾਂ ਸਾਰੀਆਂ ਹੀ ਧਾਰਮਿਕ ਖੇਤਰ ਦੇ ਵਿੱਚ ਵੀ ਮੈਨੂੰ ਇਹ ਜਰ ਨਹੀਂ ਰਹੇ। ਹੁਣ ਇੱਕ ਤਾਂ ਇਹ ਦੱਸ ਰਿਹਾ ਉੱਥੇ ਵੀ ਮੇਰੀ ਸਥਾਪਤੀ ਦੀ ਲੜਾਈ ਆ, ਇਹਦਾ ਮਤਲਬ ਤੂੰ ਸਥਾਪਤ ਹੋ ਕੇ ਕਿਸੇ ਦੇ ਉੱਪਰ ਬਹਿਣਾ ਚਾਹੁੰਦਾ, ਬਿਲਕੁਲ ਹੈਨਾ। ਇੱਕ ਤਾਂ ਇਹ ਸਵਾਲ ਬਣਦਾ ਵੀ ਤੂੰ ਸਥਾਪਤ ਹੋਣਾ ਚਾਹੁੰਦਾ, ਤੇਰੀ ਲੜਾਈ ਸਥਾਪਤੀ ਦੀ ਆ, ਕੌਮ ਦੀ ਸੇਵਾ ਕਰਨ ਦੀ ਕੋਈ ਨਹੀਂ। ਜੇ ਕੌਮ ਦੀ ਸੇਵਾ ਕਰਦੀ ਹੋਵੇ ਫਿਰ ਤੂੰ ਡਾਇਲੌਗ ਕਰੇ, ਫਿਰ ਤੂੰ ਆਪਣੀ ਜਿਹੜੀ ਤੇਰੀ ਸਮਝ ਹੈ, ਹੈਨਾ, 8ਵੀਂ 10ਵੀਂ ਜਿੰਨਾ ਵੀ ਤੂੰ ਪੜ੍ਹਿਆ, ਤੂੰ ਉਹਦੇ ਹਿਸਾਬ ਦੇ ਨਾਲ ਲਿਆ ਕੇ ਕੋਈ ਲੌਜਿਕ ਕਿਸੇ ਟੇਬਲ ਤੇ ਆ ਕੇ ਬੈਠ ਕੇ ਰੱਖ, ਲਿਖ ਕੇ ਕਰ, ਡਿਕਟੇਟ ਨਾ ਕਰੇ। ਫਿਰ ਤੂੰ ਬਕਾਇਦਾ ਬਿਲਕੁਲ ਵਿਚਾਰ ਕਰੇ, ਡਾਇਲੌਗ ਕਰੇ, ਨੀਵਾ ਹੋ ਕੇ। ਫਿਰ ਤੂੰ ਇਹ ਕਵੇਂ ਵੀ ਭਾਈ ਵੀ ਮੈਂ ਤੇ ਨੌਸਿੱਖੀਆਂ ਆ, ਮੈਂ ਤੇ ਇਹ ਰਾਹ ਦੇ ਉੱਤੇ ਤੁਹਾਡੇ ਸਾਰਿਆਂ ਤੋਂ ਬਾਅਦ ਚੋਂ ਆਇਆ ਆ, ਭਈ ਮੇਰੇ ਨਾਲ ਬਹਿ ਕੇ ਵਿਚਾਰ ਕਰੋ, ਭਈ ਮੇਰੀ ਸਮਝ ਜਿਹੜੀ ਆ ਉਹ ਇਹਨਾਂ ਚੀਜ਼ਾਂ ਦੇ ਆਧਾਰਿਤ ਆ। ਤੂੰ ਤੇ ਐ ਤੜੀ ਦੇ ਕੇ, ਧਮਕੀਆਂ ਦੇ ਕੇ ਤੇ ਬਕਾਇਦਾ ਐ ਬਕਵਾਸ ਕਰਕੇ, ਫਿਰ ਗੁੰਡੇ ਛੱਡ ਕੇ, ਗਾਲਾਂ ਕੱਢ ਕੇ, ਵੀ ਤੂੰ ਆਪਣੀ ਸਥਾਪਤੀ ਜਿਹੜੀ ਆ ਵੀ ਉਹ ਧੱਕੇ ਨਾਲ ਕਰਨੀ ਚਾਹੁੰਦਾ। ਹਾਂ, ਨਹੀਂ ਸੋਸ਼ਲ ਮੀਡੀਆ ਤੇਰਾ ਆਧਾਰ ਆ, ਉਹਦੇ ਤੇ ਉੱਤੇ ਤੂੰ ਟ੍ਰੋਲਿੰਗ ਕਰਾ ਰਿਹਾ, ਤੂੰ ਬਦਮਾਸ਼ੀ ਕਰਾ ਰਿਹਾ ਹਰੇਕ ਤਰ੍ਹਾਂ ਦੀ। ਜਿੱਦਣ ਤੂੰ ਸਥਾਪਤ ਹੋ ਗਿਆ, ਜਿੱਦਣ ਤੇਰੇ ਹੱਥ 'ਚ ਪਾਵਰ ਆ ਗਈ, ਉਦੋਂ ਤੂੰ ਢੁੰਮੇ ਨਾਲ ਤੇ ਘੱਟ ਨਹੀਂ ਕਰਨੀ, ਤੂੰ ਉਹਦੇ ਨਾਲ ਤੇ ਚਾਰ ਗੁਣਾ। ਹਾਂ, ਤੂੰ ਤੇ ਤੇਰੇ ਜਿਹੜੇ ਅਪਗ੍ਰੇਡ ਗੁੰਡੇ ਆ, ਇਹਨਾਂ ਨੇ ਢੁੰਮੇ ਨਾਲ ਤੇ 4 ਗੁਣਾ ਗਾਹਾਂ ਜਾਣਾ ਇਹਨਾਂ ਨੇ। ਠੀਕ ਹੈ ਗੱਲ। ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਜ਼ਬਾਨ ਦੇ ਉੱਤੇ ਜਿਹੜੇ ਆਪਣਾ ਕੰਟਰੋਲ ਨਹੀਂ ਰੱਖ ਸਕਦੇ, ਤੇ ਜਿੱਦਣ ਇਹਨਾਂ ਦੇ ਹੱਥ 'ਚ ਕੋਈ ਪਾਵਰ ਆ ਗਈ ਉਦੋਂ ਤੁਸੀਂ ਕੀ ਕਰੋਗੇ? ਠੀਕ ਹੈ। ਤੇ ਦੂਜੀ ਗੱਲ ਜਿਹੜੀ ਕਹਿੰਦਾ ਵੀ ਤੁਸੀਂ ਇਹ ਕਹੋ ਵੀ ਵਿਚਾਰ ਮੇਰੀ ਤਾਂ ਜੋ ਕਮੈਂਟ ਕਰਿਆ ਜਾ ਸਕੇ, ਤੇ ਜਦੋਂ ਤੂੰ ਕਹਿੰਦਾ ਵੀ ਵਿਚਾਰ ਹੈ ਉਹਦੇ ਤੇ ਕਮੈਂਟ ਕਰਿਆ ਜਾ ਸਕੇ, ਤੇ ਜਦੋਂ ਕੋਈ ਹੋਰ ਕਮੈਂਟ ਕਰਦਾ ਤਾਂ ਤੇਰੀਆਂ ਸਾਰੇ ਹੁਣ ਜਿਹੜੀ ਤੂੰ ਉਹਨੂੰ ਸੰਗਤ ਕਰਦਾ ਉਹਨਾਂ ਦੇ ਅੱਗੇ ਕਿਉਂ ਲੱਗ ਜਾਂਦੀ ਸੱਤੇ ਕੱਪੜੀ? ਫਿਰ ਤੂੰ ਸਵੀਕਾਰ ਕਰ ਵਿਰੋਧ, ਤੂੰ ਵਿਰੋਧ ਸਵੀਕਾਰ ਕਰ, ਜਿਹੜੀ ਚੀਜ਼ ਦੇ ਤੇਰੇ ਦੇ ਉੱਤੇ ਵਿਰੋਧ ਕਰਿਆ ਤੂੰ ਉਹਦੀ ਐਕਸਪਲੇਨੇਸ਼ਨ ਦੇ। ਦੋਗਲਾ ਤੂੰ ਕਿਸੇ ਇੱਕ ਪਾਸੇ ਦਾ ਖੜ ਜਾ ਭਰਾਵਾ, ਹੈਨਾ। ਜੇ ਤੂੰ ਇਹੀ ਕਹਿਣਾ ਵੀ ਮੈਨੂੰ ਇਹ ਸਮਝ ਲੱਗੀ ਹੈ, ਠੀਕ ਹੈ, ਤੈਨੂੰ ਲੱਗੀ ਸਮਝ, ਦੂਜਾ ਬੰਦਾ ਕਹਿੰਦਾ ਭਾਈ ਤੇਰੀ ਸਮਝ ਦਾ ਬੇਸ ਕੋਈ ਨਹੀਂ, ਵੀ ਇਹ ਤੇਰੀ ਸਮਝ ਗੁਰਮਤਿ ਦੇ ਹਿਸਾਬ ਦੇ ਨਾਲ ਗਲਤ ਹੈ, ਤੂੰ ਉਹਨੂੰ ਸਵੀਕਾਰ ਕਰ, ਤੇ ਤੂੰ ਉਹਨੂੰ ਤੂੰ ਯਾਨੀ ਸਹੀ ਸਿੱਧ ਕਰਨ ਖਾਤਰ ਗੁਰਮਤਿ ਦੇ ਵਿੱਚੋਂ ਪ੍ਰਮਾਣ ਦੇ। ਤੂੰ ਏਦਾਂ ਨਾ ਦੇ ਵੀ ਫਲਾਣੇ ਦਾ ਏਦਾਂ ਹੋ ਗਿਆ, ਧਮਕੜੀ ਫਿਲਮ 'ਚ ਏਦਾਂ ਹੋ ਗਿਆ, ਧਮਕੜੀ 'ਚ ਏਦਾਂ ਹੋ ਗਿਆ, ਜਾਂ ਤੂੰ ਸਿਨਾਰੀਓ ਨਾ ਬਣਾ ਆਪਣੇ ਆਪੇ। ਸਾਨੂੰ ਪਤਾ ਵੀ ਤੇਰਾ ਉਸਤਾਦ ਕੌਣ ਹੈ, ਉਹ ਮਾਹਰ ਹੈ ਨਾ ਕੰਮਾਂ ਦੇ ਵਿੱਚ, ਵੀ ਉਹ ਆਪੇ ਇਲੂਜਨ ਖੜੇ ਕਰ ਲੈਂਦਾ। ਉਹਦਾ ਬੰਦ ਹੋਇਆ ਆ, ਨਹੀਂ ਤਾਂ ਉਹਦੇ ਕੋਲੋਂ ਅਖੇ ਵੀ ਬ੍ਰੇਕ ਤੇ ਐਕਸੀਲੇਟਰ ਤੋਂ ਹੀ ਨਹੀਂ ਬਾਹਰ ਆਉਣ ਦਿਆ ਹੈਗਾ। ਉਹ ਕੀ ਕਹਿੰਦੇ ਵੀ ਹਰੀ ਚੰਦੌਰੀ ਵਾਲਾ ਕੰਮ, ਵੀ ਤੂੰ ਆਪੇ ਖੜੀ ਕਰ ਲੈਂਦਾ, ਹੈਨਾ। ਆਪੇ ਉਹ ਖੜਾ ਕਰ ਲੈਣਾ, ਹੁੰਦਾ ਕੁਝ ਵੀ ਨਹੀਂ, ਤੇ ਆਪੇ ਉਹਦਾ ਸੋਲੂਸ਼ਨ ਦੇਣ ਲੱਗ ਜਾਂਦਾ। ਨਹੀਂ, ਉਹੀ ਕੰਮ ਭਰਾਵਾ ਤੂੰ ਲੱਗਿਆ ਹੋਇਆ ਕਰਨ, ਹੈਨਾ। ਤੂੰ ਅੱਗੇ ਕਈ ਵਾਰੀ ਕਰ ਚੁੱਕਿਆ ਹੋਇਆ, ਇਸ ਕਰਕੇ ਤੂੰ ਜਾਨੀ ਸਮਝ ਲਾ ਵੀ ਠੀਕ ਹੈ, ਤੂੰ ਆਪਣੀ ਜਾਦੂਗਰੀ ਦੇ ਨਾਲ, ਸ਼ਬਦਾਂ ਦੀ ਦੇ ਨਾਲ, ਜਾਂ ਤੇਰੇ ਬੋਲਣ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਤੇਰਾ ਗਲ ਬਹੁਤ ਸਾਫ਼ ਹੈ, ਬਹੁਤ ਸੋਹਣਾ ਬੋਲਦਾ, ਤੇਰੀ ਆਵਾਜ਼ ਬਹੁਤ ਸੋਹਣੀਆਂ ਗਾਉਂਦੇ ਦੀ, ਇਹ ਸਾਨੂੰ ਮੰਨਣ 'ਚ ਕੋਈ ਇਨਕਾਰ ਨਹੀਂ, ਪਰ ਇਹਨੂੰ ਸਹੀ ਵਰਤ ਲਾ। ਨਹੀਂ ਤੈਨੂੰ ਯਾਨੀ ਕੌਮਾਂ ਦੇ ਵਿੱਚ ਨਾ ਕਹਿੰਦੇ ਵੀ ਕੋਈ ਗੱਲ ਨਹੀਂ, ਮਾੜੇ ਤੇ ਮਾੜੇ ਦਿਨ ਵੀ ਆਉਂਦੇ ਆ, ਸਿੱਖਾਂ ਦੀ ਗਿਣਤੀ ਬਹੁਤ ਘੱਟ ਵੀ ਰਹੀ ਹੈ, ਹੈਨਾ, ਪਰ ਇਤਿਹਾਸ ਉਹਨਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਉਸ ਵਿਰੋਧੀ ਮਾਹੌਲ ਦੇ ਵਿੱਚ ਵੀ ਦ੍ਰਿੜਤਾ ਦੇ ਨਾਲ ਆਪਣੇ ਸਿਧਾਂਤਾਂ ਦੇ ਉੱਤੇ, ਹੈਨਾ, ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਤੇ ਗੁਰਬਾਣੀ ਦਾ ਲੜ ਨਹੀਂ ਛੱਡਿਆ। ਅੱਜ ਕੌਮ ਉਹਨਾਂ ਦੇ ਸਿਰ ਦੇ ਉੱਤੇ ਇਸ ਉਹਦੇ ਤੱਕ ਪਹੁੰਚੀ ਆ, ਇਸ ਸਦੀ ਤੱਕ ਆਪਾਂ ਕਹੀਏ, ਜਾਂ ਇਸ ਸਮੇਂ ਤੱਕ। ਤੇਰੇ ਵਰਗਿਆਂ ਦੇ ਸਿਰ ਤੇ ਨਹੀਂ ਪਹੁੰਚੀ, ਤੇ ਤੇਰੇ ਵਰਗਿਆਂ ਦਾ ਨਾਂ ਦੂਜਿਆਂ ਗਦਾਰਾਂ 'ਚ ਆਉਣਾ, ਡੋਗਰਿਆਂ 'ਚ ਆਉਣਾ। ਤੇ ਜੋ ਤੁਸੀਂ ਕੰਮ ਕਰ ਰਹੇ ਹੋ ਨਾ, ਜਿਵੇਂ ਅਪਗ੍ਰੇਡ, ਤੁਸੀਂ ਸਾਰੇ ਕੰਨ ਖੋਲ ਕੇ ਸੁਣ ਲਓ, ਤੁਹਾਡੇ ਨਾਲ ਕੌਮ ਨੂੰ ਕੋਈ ਫਰਕ ਨਹੀਂ ਪੈਣਾ, ਪਰ ਇਤਿਹਾਸ ਨੇ ਤੁਹਾਨੂੰ ਮਾਫ ਨਹੀਂ ਕਰਨਾ। ਤੁਸੀਂ ਆਪਣੀ ਜਗ੍ਹਾ ਦੇਖ ਲਓ, ਇਤਿਹਾਸ ਦੇ ਵਿੱਚ ਕੀ ਹੋਣੀ ਹੈ, ਹੈਨਾ। ਤੁਹਾਡੀ ਪਿਰਥੀਆਂ ਦੇ, ਮੀਣੀਆਂ ਦੇ, ਤੇ ਉਹਨਾਂ ਸਾਰਿਆਂ ਦੀ ਕੈਟਾਗਰੀ ਦੇ ਵਿੱਚ ਤੁਸੀਂ ਨਿਰੰਕਾਰੀਆਂ ਦੇ, ਉਹਨਾਂ ਦੇ ਵਿੱਚ ਲਿਖੇ ਜਾਣਾ। ਤੁਸੀਂ ਸਮਝ ਕਰ ਲਓ, ਕਿਉਂਕਿ ਤੁਸੀਂ ਬੇਸਲੈਸ ਹੈ, ਤੁਸੀਂ ਜਿੱਦ 'ਚ ਲੱਗੇ ਹੋਏ ਹੋ, ਤੁਸੀਂ ਫਰਸਟ੍ਰੇਟ ਹੋ ਕੇ ਲੱਗੇ ਹੋਏ ਹੋ। ਤੁਸੀਂ ਜਦੋਂ ਇਹ ਕਹਿੰਦੇ ਨਾ ਵੀ ਇਹਨਾਂ ਨੇ ਏਦਾਂ ਕਰਿਆ ਹੋਣਾ, ਹੰਕਾਰ ਤੇ ਹੋਏ ਹੋ ਵੀ ਇਹਨਾਂ ਸਿੱਖਾਂ ਨੇ ਗੁਰੂ ਸਾਹਿਬ ਨੂੰ ਐਂ ਕਰਿਆ ਹੋਣਾ, ਇਹਨਾਂ ਨੇ ਐਂ ਕਰਿਆ ਹੋਣਾ, ਇਹ ਤੁਹਾਡੀ ਫਰਸਟ੍ਰੇਸ਼ਨ ਦਾ ਪ੍ਰਗਟਾਵਾ ਹੈ। ਪਰਸੀ ਚੰਦ ਵੀ ਇਹੀ ਹਥਿਆਰ ਵਰਤਦਾ ਸੀ। ਹਾਂਜੀ। ਤੇ ਦੂਜੀ ਗੱਲ ਜਿਹੜੇ ਤੁਸੀਂ ਕਹਿੰਦੇ ਨਾ ਵੀ ਪਦਾਰਥਵਾਦ ਦੇ ਵਿੱਚ ਅਸੀਂ ਚਕਨਾ ਚੌਂਧ ਦੇ ਨਾਲ ਅਸੀਂ ਬੜੇ ਡੇਰੇ ਬਣਾ ਕੇ, ਹਨਾ, ਬੜੇ ਰੰਗ ਬਰੰਗੇ ਗੂੜੇ ਰੰਗਾਂ ਦੇ ਕੱਪੜੇ ਪਾ ਕੇ ਅਸੀਂ ਦੁਨੀਆ ਨੂੰ ਪਿੱਛੇ ਲਾ ਲੈਣਾ, ਇਹ ਵੀ ਤੁਹਾਡੀ 4 ਦਿਨ ਦਾ ਮੇਲਾ, ਹਨਾ। ਜੇ ਤੁਸੀਂ ਕਹੋ ਨਾ ਵੀ ਬਹੁਤ ਸਾਰੇ ਅਸੀਂ ਪੈਸਾ ਬਥੇਰਾ ਨਿਰੰਕਾਰੀਆਂ ਦੇ ਬਰਾਬਰ ਤੁਸੀਂ ਜਾ ਹੀ ਨਹੀਂ ਸਕਦੇ, ਰਾਧਾ ਸੁਆਮੀਆਂ ਦੇ ਕੋਲ ਡੇਰੇ, ਉਹਨਾਂ ਦੀ ਜਿਹੜੀ ਸ਼ਾਨੋ ਸ਼ੌਕਤ, ਫਿਰ ਉਹਦੇ ਬਾਅਦ ਲੀਡਰਸ਼ਿਪ ਦੇਖ ਲਓ, ਜਿੰਨੀ ਲੀਡਰਸ਼ਿਪ ਨੇ ਸਿੱਖਾਂ ਦੇ ਨਾਲ ਗਦਾਰੀ ਕਰੀ ਹੈ, ਅਗਲੇ ਨੇ ਐਸ਼ ਕਰਾਈ ਹੈ ਉਹਨਾਂ ਨੂੰ ਸੰਸਾਰਕ ਤੌਰ ਤੇ, ਚਾਹੇ ਉਹ ਨਿਰੰਕਾਰੀ ਹੋਣ, ਚਾਹੇ ਸਾਡੇ ਅਸੀਂ ਜਿਹੜੇ ਅਕਾਲੀਆਂ ਚੋਂ ਵੀ ਸਾਡੇ ਵੀ ਬਲਦੇਵ ਸਿੰਘ ਨਹੀਂ ਹੋਣੋ, ਪਰ ਮਰਦੇ ਜਿਹੜੀਆਂ ਗੱਲਾਂ ਉਹ ਕਹਿ ਕੇ ਗਏ ਆ ਨਾ, ਉਹ ਯਾਦ ਰੱਖ ਲਿਓ, ਉਹ ਆਪਣੇ ਸਾਹਮਣੇ ਲਿਆਇਓ ਵੀ ਗਦਾਰ ਦੀ ਹਾਲਤ ਕਿਆ ਹੁੰਦੀ ਹੈ। ਨਾਲੇ ਗਾਂ ਉਹਨਾਂ ਦੇ ਪਰਿਵਾਰਾਂ ਦੇ ਹਾਲ ਦੇਖ ਲਓ। ਹਾਂ,
ਉਹਨਾਂ ਦੇ ਪਰਿਵਾਰਾਂ ਦੀ ਹਾਲਤ ਦੇਖ ਲਓ। ਇਸ ਕਰਕੇ ਭਾਈ ਅਸੀਂ ਤਾਂ ਤੁਹਾਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੇ ਮਾੜਾ ਮੋਟਾ ਸਿੱਖੀ ਦਾ ਮਾਦਾ ਤੁਹਾਡੇ 'ਚ ਹੈਗਾ ਤਾਂ ਤੁਸੀਂ ਕੌਮ ਦੀ ਜਿਹੜੀ ਉਹਦੇ ਝੰਡੇ ਥੱਲੇ ਆ ਕੇ ਤੁਸੀਂ ਸ਼ਰਨ ਚਾਹੋ ਗੁਰੂ ਦੀ ਸ਼ਬਦ ਦੀ, ਹਨਾ। ਤੁਸੀਂ ਜਿਹੜਾ ਵਿਪਰ ਦੇ ਹਮਲੇ ਆ ਉਹਨਾਂ ਨੂੰ ਪਛਾਣਨ ਖਾਤਰ ਉਹਦੇ 'ਚ ਕੋਈ ਪਾਓ, ਹਾਲੇ ਤੁਹਾਡੇ ਕੋਲ ਮੌਕਾ ਹੈ। ਸਾਡੇ ਬਜ਼ੁਰਗ ਵੀ ਅਕਸਰ ਹੀ ਇਹ ਕਹਿੰਦੇ ਹੁੰਦੇ ਨਾ ਵੀ ਇਹ ਵੀ ਅਰਦਾਸ ਵਜੋਂ ਵੀ ਬਖਸ਼ ਲਈ ਦਾਤਾ। ਹਾਂਜੀ, ਬਸ ਉਹ ਸਿੰਪਲ ਜੀ ਅਰਦਾਸ ਆ। ਬਸ ਅਸੀਂ ਵੀ ਇਹੀ ਅਰਦਾਸ ਕਰਦੇ ਆ ਵੀ ਭਾਈ ਵੀ ਜਿਨ੍ਹਾਂ ਦੀ ਮੱਤ ਦੇ ਉੱਤੇ ਪਰਦਾ ਪੈ ਗਿਆ ਜੀ ਤੇ ਹੰਕਾਰ ਸਿਰ ਚੜ ਕੇ ਬੋਲਣ ਦਿਆ ਜੀ, ਭਾਈ ਦਾਤਾ ਬਖਸ਼ ਲਈ, ਦਾਤਾ ਬਖਸ਼ ਲਈ ਉਹਨਾਂ ਨੂੰ। ਹਾਂ, ਬਾਕੀ ਤੁਸੀਂ ਮਤਲਬ ਕਿ ਸ਼ਬਦੀ ਗੁੰਡਾਗਰਦੀ ਕਰਕੇ ਤੁਸੀਂ ਕਿਸੇ ਪਰ ਇਲਜ਼ਾਮ ਲਾ ਕੇ ਆਪਣੇ ਕੋਲੋਂ, ਹਨਾ, ਬਿਨਾਂ ਕਿਸੇ ਆਧਾਰ ਦੇ ਉੱਤੇ, ਬਿਨਾਂ ਕਿਸੇ ਸਬੂਤ ਦੇ ਉੱਤੇ, ਇਹ ਯਾਨੀ ਤੁਸੀਂ ਆਪਣੇ ਆਪ ਜੇ ਸਰਟੀਫਿਕੇਟ ਲੈ ਲੈਣਾ, ਸੈਲਫ ਨੂੰ ਤੁਸੀਂ ਆਪਣੇ ਆਪ ਨੂੰ ਸਰਟੀਫਿਕੇਟ ਲਿਆ ਹੋਇਆ, ਤੁਹਾਨੂੰ ਦਿੱਤਾ ਨਹੀਂ ਕਿਸੇ ਨੇ, ਤੇ ਇਹਦੇ ਲਈ ਕਿਸੇ ਦਾ ਮੁੱਲ ਵੀ ਨਹੀਂ ਲੱਗਦਾ ਵੀ ਤੁਸੀਂ ਕਿਸੇ ਨੂੰ ਜੋ ਮਰਜ਼ੀ ਆਪਣੇ ਮੂੰਹ ਨਾਲ ਕਹਿ ਦਿਓ, ਠੀਕ ਹੈ, ਤੇ ਆਪਣੇ ਆਪ ਨੂੰ ਤੁਸੀਂ ਦੁੱਧ ਧੋਤੇ ਸਾਬਤ ਕਰ ਦਿਓ। ਇਹ ਜਾਨੀ ਪਹਿਲੀ ਗੱਲ ਤਾਂ ਬਹੁਤੀਆਂ ਗੱਲਾਂ ਤੇ ਤਾਂ ਮੈਨੂੰ ਜਾਨੀ ਇਹ ਨਿਰਾਸ਼ਾ ਹੁੰਦੀ ਆ, ਜਾਨੀ ਸੁਣ ਕੇ ਹੈਰਾਨਗੀ ਹੁੰਦੀ, ਉਹਦੀ ਨਿਰਾਸ਼ਾ ਨਹੀਂ, ਸੌਰੀ, ਹੈਰਾਨਗੀ, ਹੈਨਾ, ਵੀ ਦੂਜੇ ਬੰਦੇ ਨੇ ਕਿਹਾ ਵੀ ਨਹੀਂ ਹੁੰਦਾ ਵੀ ਉਹ ਆਪਣੇ ਕੋਲੋਂ ਹੀ ਕੱਢ ਕੇ ਨਾ ਕੱਚ 'ਚੋਂ ਵਜਾਉਣ ਲੱਗ ਜਾਂਦਾ ਟੱਬਰ ਵੀ ਨਾ ਮੈਂ ਤਾਂ ਫਲਾਣੇ ਦਾ ਐ ਨਹੀਂ ਕਰਿਆ, ਮੈਂ ਤਾਂ ਧਮਕੜੇ ਨਾਲ ਆਈ ਨਹੀਂ ਕਰਿਆ। ਵੀ ਜਦੋਂ ਦੂਜਾ ਬੰਦਾ ਤਾਂ ਕਹੀ ਨਹੀਂ ਕੁਝ ਰਿਹਾ, ਤੂੰ ਆਪੇ ਕਾਹਤੇ ਲੱਗਿਆ ਹੋਇਆ, ਸਫਾਈਆਂ ਆਪਣੇ ਆਪੇ ਕਦੇ ਸ਼ੁਰੂ ਕਰ ਦਿੱਤੀਆਂ। ਚੋਰ ਦੀ ਦਾੜੀ 'ਚ ਤਿਣਕੇ ਵਾਲਾ ਕੰਮ ਹੋ ਜਾਂਦਾ ਨਾ, ਦੂਜੇ ਬੰਦੇ ਤਾਂ ਹਲੇ ਕੁਝ ਕਿਹਾ ਹੀ ਨਹੀਂ, ਕਿਉਂਕਿ ਉੱਥੋਂ ਇਹ ਪਤਾ ਲੱਗਦਾ ਵੀ ਜਿਹੜਾ ਮਾੜਾ ਮੋਟਾ ਅੰਸ਼ ਜ਼ਮੀਰ ਦਾ ਬਚਿਆ ਹੋਇਆ ਉਹ ਜੀਣ ਨਹੀਂ ਦਿੰਦਾ। ਉਹ ਜਦੋਂ ਸੌਂਦਾ ਨਾ ਉਦੋਂ ਵੀ ਖੋਦਾ ਮਾਰਦਾ ਵੀ ਹਾਂ ਵੀ ਮੂਰਖ ਬੰਦੇ, ਤੈਂ ਆਹ ਬੇਈਮਾਨੀ ਕਰੀ ਹੈ, ਤੈਂ ਫਲਾਣੇ ਬੰਦੇ ਦੇ ਨਾਲ ਆਹ ਵਿਸ਼ਵਾਸਘਾਤ ਕਰਿਆ, ਤੂੰ ਝੂਠ ਬੋਲਿਆ ਬੰਦਿਆਂ ਦੇ ਨਾਲ, ਹੈਨਾ, ਜਿਨ੍ਹਾਂ ਨੂੰ ਮਿੱਤਰ ਬਣਾਇਆ ਆਪਣੇ, ਜਿਨ੍ਹਾਂ ਨੂੰ ਦੋਸਤ ਬਣਾਇਆ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰ ਬਣਾਇਆ, ਤੂੰ ਉਹਨਾਂ ਦੇ ਨਾਲ ਵਿਸ਼ਵਾਸਘਾਤ ਕਰਿਆ। ਉਹ ਜਦੋਂ ਜਿਹੜਾ ਮਾੜਾ ਜਿਹਾ ਕਿਣਕਾ ਕਿਤੇ ਬੈਠਾ ਨਾ, ਜਦੋਂ ਉਹ ਫਿਰ ਚੋਹਦਾ, ਫਿਰ ਉਹ ਨਹੀਂ ਟਿਕਣ ਦਿੰਦਾ। ਫਿਰ ਜਦੋਂ ਚਪੇੜਾਂ ਪੈਂਦੀਆਂ ਤੇ ਫਿਰ ਰਾਟ ਪਾਉਂਦਾ ਆ ਵੀ ਉਹ ਮੈਨੂੰ ਕਿਉਂ ਮਾਰਦੇ ਆ, ਦੱਸ ਤਾਂ ਦਿਓ ਭਾਈ, ਵੀ ਸ਼ੀਸ਼ੇ 'ਚ ਦੇਖ ਕੇ ਖੜਾ ਹੋ ਕੇ ਫਿਰ ਪੁੱਛੀ, ਫਿਰ ਪਤਾ ਲੱਗ ਜਾਣਾ ਵੀ ਇਹ ਵੀ ਕਿਉਂ ਪੈਂਦੀਆਂ। ਹਾਂ, ਵੀ ਆਹੋ ਅਸੀਂ ਅੱਗੇ ਵੀ ਕਈ ਵਾਰੀ ਕਹਿ ਚੁੱਕੇ ਹੋਏ ਆ ਵੀ ਇਲਜ਼ਾਮ ਲਾਉਣ ਦੇ ਨਾਲ ਕੁਝ ਨਹੀਂ ਫਰਕ ਪੈਣਾ, ਹਨਾ। ਤਾਂ ਕਹਿੰਦੇ ਨੇ ਵੀ ਤੂੰ ਲਾ ਕੇ ਤੂੰ ਦੁਨੀਆ ਨੂੰ ਸਾਰੀ ਨੂੰ ਭਾਵੇਂ ਦੱਸ ਦੇ, ਹਨਾ, ਤੂੰ ਸੱਚਾ ਬਣ ਜਾ, ਪਰ ਜਿਹੜਾ ਤੇਰਾ ਆਪਣੇ ਮਨ ਦੇ ਉੱਤੇ ਪਿਆ ਹੋਇਆ ਨਾ ਉਹਨੂੰ ਕਿਵੇਂ ਲਾਏਗਾ, ਉਹਨੂੰ ਕਿੱਦਾਂ ਲਾਏਗਾ ਤੂੰ, ਹਨਾ। ਸੱਚਾਈ ਤੈਨੂੰ ਪਤਾ, ਤੇ ਤੋਂ ਵੱਧ ਕੌਣ ਜਾਣਦਾ, ਠੀਕ ਹੈ ਗੱਲ। ਸੋ ਇਸ ਕਰਕੇ ਭਾਈ ਇਹ ਜਿਹੜੀ ਦੁਨਿਆਵੀ ਚਹਿਲ ਪਹਿਲ ਹੈ, ਜੋ ਮਰਜ਼ੀ ਖੱਟ ਲਾ ਤੂੰ, ਠੀਕ ਹੈ, ਤੂੰ ਕਰ ਲਾ, ਪਰ ਜਿਹੜਾ ਤੂੰ ਆਪਣੇ ਖਾਨਦਾਨ ਨਾਲ ਹੀ ਕੰਡੇ ਬੀਜਣੇ ਆ ਨਾ, ਉਹਨਾਂ ਤੋਂ ਡਰ ਤੂੰ। ਗੁਰੂ ਸਾਹਿਬ ਕਹਿੰਦੇ ਨੇ ਵੀ ਨਰ ਅਚੇਤ ਪਾਪ ਤੇ ਡਰ ਰਹੇ, ਤੇ ਤੂੰ ਤਾਂ ਜਾਣ ਬੁੱਝ ਕੇ ਲੱਗਿਆ ਹੋਇਆ ਕਰਨ, ਹੈਨਾ, ਸਹੀ ਗੱਲ ਹੈ, ਤੂੰ ਤਾਂ ਜਾਣ ਬੁੱਝ ਕੇ ਲੱਗਿਆ ਕਰ, ਤੇ ਤੂੰ ਆਡਾ ਕਿਹਦੇ ਨਾਲ ਲਾਈ ਬੈਠਾ, ਹੈਨਾ, ਪੂਰੀ ਕੌਮ ਨਾਲ, ਤੇ ਯਾਨੀ ਤੂੰ ਕਿਸੇ ਬੰਦਿਆਂ ਨਾਲ ਤੇਰੀ ਨਾਰਾਜ਼ਗੀ ਹੋਊ, ਚਾਰ, ਹਨਾ, ਪਰਿਵਾਰ ਦੇ ਨਾਲ ਹੋਊ, ਦੋਸਤਾਂ ਮਿੱਤਰਾਂ ਨਾਲ ਹੋਊਗੀ, ਉਹਨਾਂ ਨੂੰ ਤੂੰ ਸਬਕ ਸਿਖਾਉਂਦਾ ਤੂੰ ਜਿੱਦ ਦੇ ਵਿੱਚ, ਫਰਸਟ੍ਰੇਸ਼ਨ ਦੇ ਵਿੱਚ ਆਏ ਦਿਨ ਗਰਕਦਾ, ਹਨਾ, ਵੀ ਤੂੰ ਗੁਰੂ ਸਾਹਿਬਾਨਾਂ ਦੇ ਉੱਤੇ, ਸਿੱਖ ਇਤਿਹਾਸ ਦੇ ਉੱਤੇ, ਤੇ ਤੂੰ ਪੂਰੀ ਕੌਮ ਨਾਲ ਆਡਾ ਲਾ ਕੇ ਬੈਠ ਗਿਆ ਬਿਨਾਂ ਮਤਲਬ ਤੋਂ। ਹੁਣ ਤੁਸੀਂ ਇਹ ਵੇਖ ਲਓ ਭਈ ਜਿਹੜੀ ਬਕਵਾਸ ਕੀਤੀ ਜਾਂਦੀ ਆ ਵੀ ਅਸੀਂ ਗੁਰੂ ਸਾਹਿਬ ਵਰਗੇ ਬਣਨਾ, ਹਾਂ, ਹੁਣ ਉਹ ਘਟੀਆ ਪੱਧਰ ਦੇ ਉੱਤੇ ਘਟੀਆ ਕਿਸਮ ਦੀ ਬਕਵਾਸ ਜਿਹੜੀ ਆ ਭਈ ਉਹਦੇ ਮੁਕਾਬਲੇ ਤੇ ਜੇ ਤੁਸੀਂ ਇਹ ਵੇਖੋ ਨਾ ਭਈ ਗੁਰਬਾਣੀ ਸਾਨੂੰ ਕੀ ਸੰਦੇਸ਼ ਦਿੰਦੀ ਆ। ਗੁਰੂ ਪਾਤਸ਼ਾਹ ਕਹਿੰਦੇ ਆ ਭਈ ਇਹ ਵੀ ਜਿੱਦਾਂ ਦਾ ਤੁਸੀਂ ਰੱਬ ਚਿਤਵਦੇ ਆ ਜੀ, ਉਦਾਂ ਦਾ ਹੀ ਤੁਸੀਂ ਬਣਦੇ ਆ ਜੀ। ਭਈ ਜਿੱਦਾਂ ਉਹ ਭਗਤ ਨਾਮਦੇਵ ਦਾ ਵੀ ਹੈਗਾ ਆ ਸ਼ਬਦ ਵੀ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਇਹ ਵੀ ਜਿਹੜਾ ਸ਼ਿਵ ਜੀ ਨੂੰ ਪੂਜਦਾ ਵੀ ਮਰਨ ਸਮੇਂ ਜਿੱਦਾਂ ਦਾ ਰੱਬ ਚਿਤਵਦਾ ਅੰਤਕਾਲ ਜੋ, ਹਾਂਜੀ, ਉਹ ਉਦਾਂ ਦਾ ਹੀ ਹੈ ਵੀ ਉਹ ਬਣਦਾ। ਤੇ ਉਹ ਸਾਰਾ ਸਿਧਾਂਤ ਜਿਹੜਾ ਉਹ ਹਰੇਕ ਥਾਂ ਦੇ ਉੱਤੇ ਹੁੰਦਾ ਗੁਰਬਾਣੀ। ਤੇ ਹੁਣ ਜਦੋਂ ਕਹਿੰਦੇ ਆ ਵੀ ਮਿੱਠ ਬੋਲੜਾ ਜੀ ਸੱਜਣ ਸੁਆਮੀ ਮੋਰਾ, ਉਹਦੇ ਵਿੱਚ ਵੀ ਇਹੀ ਗੱਲ ਹੁੰਦੀ ਵੀ ਗੁਰੂ ਪਾਤਸ਼ਾਹ ਦੇ ਉਹ ਕਹਿੰਦੇ ਆ ਭਈ ਜਿੱਦਾਂ ਦਾ ਤੁਸੀਂ ਬਣਨਾ ਚਾਹੁੰਦੇ ਆ ਜੀ, ਭਈ ਰੱਬ ਨੂੰ ਜਦੋਂ ਤੁਸੀਂ ਉਦਾਂ ਦਾ ਧਾਰਦੇ ਆ ਤੇ ਤੁਸੀਂ ਆਪ ਉਸ ਆਈਡੀਅਲ ਨੂੰ ਦੇ ਨੇੜੇ ਜਾਣ ਲਈ ਆਪਣੇ ਆਪ ਨੂੰ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਜੀ। ਉਹ ਤੇ ਕਹਿੰਦੇ ਵੀ ਤੁਸੀਂ ਰੱਬ ਵਰਗਾ ਬਣੋ ਜੀ। ਇਹ ਜਾਣ ਬੁੱਝ ਕੇ ਗੁਰੂ ਪਾਤਸ਼ਾਹ ਨੂੰ ਵਿੱਚ ਲਿਆ ਕੇ ਤੇ ਗੁਰੂ ਪਾਤਸ਼ਾਹ ਦੀ ਹੇਠੀ ਕਰਨੇ ਦੇ ਮੰਤਵ ਦੇ ਨਾਲ ਇਹ ਬਕਵਾਸ ਜਿਹੜੀ ਆ ਵੀ ਇਹ ਕਰਦੇ ਫਿਰਦੇ ਨਹੀਂ। ਦੱਸੋ, ਗੁਰੂ ਸਾਹਿਬ ਦੇ ਨਾਂ ਦੇ ਨਾਲ ਇਹ ਗੁਰੂ ਨਹੀਂ ਲਾ ਕੇ ਨਾਨਕ, ਕਦੇ ਨਾਨਕ ਦੇ ਯਾਰ, ਕਦੇ ਉਹ, ਹਨਾ, ਉਹਨੂੰ ਢੱਡਰੀ ਨੂੰ ਕੋਈ ਢੱਡਰੀ ਕਹਿ ਦੇਵੇ, ਭਾਈ ਸਾਹਿਬ ਨਾ ਕਹੇ, ਉਹ ਨਾ ਕਹੇ, ਉਹਦੇ ਦੀ ਇਹਨਾਂ ਨੂੰ ਤਕਲੀਫ ਹੁੰਦੀ ਆ। ਇਹ ਗੁਰੂ ਸਾਹਿਬ ਦੇ ਉੱਤੇ ਟੰਗੜ ਕਰਦੇ, ਫਿਰ ਕਹਿੰਦੇ ਅਸੀਂ ਸਤਿਕਾਰ ਕਰਦੇ ਹਾਂ ਗੁਰੂ ਸਾਹਿਬ ਦਾ, ਹਨਾ, ਵੀ ਨਾਲੇ ਇਹ ਯਾਨੀ ਗੁਰੂ ਸਾਹਿਬ ਵਰਗੇ ਬਣ, ਇਹ ਕਹਿਣ ਦੀ ਤੁਹਾਨੂੰ ਕਦੋਂ ਲੋੜ, ਗੁਰੂ ਸਾਹਿਬ ਤੋਂ ਗਾਹਾਂ ਜਾਣਾ ਸੀ ਜਾਂ ਗੁਰੂ ਸਾਹਿਬ ਵਰਗੇ ਬਣ। ਏਦਾਂ ਨਾ ਕਿਸੇ ਸਾਇੰਟਿਸਟਾਂ ਨੇ ਨਹੀਂ ਕਿਹਾ ਹੁਣ ਵੀ ਮੈਂ ਆਇਨਸਟੀਨ ਬਣਨਾ, ਮੈਂ ਉਹਦੇ ਨਾਲ ਵੀ ਉੱਪਰ ਜਾਣਾ, ਹੈਨਾ, ਵੀ ਬਣੋ। ਉਹ ਤਾਂ ਤੁਹਾਡੇ ਕੰਮ, ਥੋੜੀਆਂ ਕਰਤੂਤਾਂ ਦੱਸਣਗੀਆਂ, ਮਤਲਬ ਉਹ ਟੀਚਾ ਕਿਤੋਂ ਹੋ ਗਿਆ। ਉਹ ਤਾਂ ਗੁਰੂ ਸਾਹਿਬ ਕਹਿੰਦੇ ਵੀ ਗੁਰੂ ਦੇ ਦੀਦਾਰ ਜਿਹੜੇ ਆ ਸਿੱਖ ਚੋਂ ਹੋਣਗੇ, ਉਹਦੇ ਕੰਮਾਂ ਚੋਂ ਹੋਣਗੇ, ਤੇ ਟੀਚਾ ਕਾਹਤੋਂ ਹੋ ਗਿਆ, ਵੀ ਇਹ ਕਹਿਣਾ ਕਿੱਦਾਂ ਪੈ ਗਿਆ, ਕਿਉਂਕਿ ਉਹ ਠਾ ਗਿਆ ਨਾ, ਕਿਉਂਕਿ ਸਾਰੀ ਹਾਂ, ਕਿਉਂਕਿ ਸਾਰੇ ਸ਼ਬਦ ਜਾਲ ਦੇ ਨਾਲ, ਹਨਾ, ਤੁਹਾਡੀ ਅੰਦਰ ਦੀ ਜਿਹੜੀ ਫਰਸਟ੍ਰੇਸ਼ਨ ਹੈ, ਤੁਹਾਡੀ ਜਿਹੜੀ ਈਰਖ ਆ, ਉਹਦਾ ਪ੍ਰਗਟਾਵਾ ਕਰਕੇ ਤੁਸੀਂ, ਹਨਾ, ਤੁਸੀਂ ਜਾਣੀ ਸਿੱਧੇ ਢੰਗ ਦੇ ਨਾਲ ਤੁਸੀਂ ਵਿਪਰ ਦੇ ਜਿਹੜੇ ਦਸਤੇ ਬਣੇ ਹੋਏ ਹੋ, ਠੀਕ ਹੈ ਗੱਲ। ਇਤਿਹਾਸ ਨੇ ਤੁਹਾਨੂੰ ਮਾਫ ਨਹੀਂ ਕਰਨਾ, ਠੀਕ ਹੈ। ਤੁਸੀਂ 4 ਦਿਨ ਦੀ ਚਾਂਦਨੀ ਜਿੰਨੀ ਮਰਜ਼ੀ ਤੁਸੀਂ ਮਾਣ ਲਓ, ਪਾ ਲਓ ਤੁਸੀਂ ਗੋਟੇ ਵਾਲੀਆਂ ਚੁੰਨੀਆਂ, ਜਿੰਨੇ ਮਰਜ਼ੀ ਰੰਗ ਬਰੰਗੇ ਬੰਨ ਲਓ, ਕੋਈ ਫਰਕ ਨਹੀਂ ਪੈਂਦਾ ਕੌਮ ਨੂੰ, ਠੀਕ ਹੈ ਗੱਲ। ਪਰ ਇੱਕ ਦਿਨ ਯਾਦ ਰੱਖਿਓ ਕਿ ਸਮੇਂ ਉਹ ਨਹੀਂ ਰਹੇ, ਸਮੇਂ ਇਹ ਵੀ ਨਹੀਂ ਰਹਿਣੇ, ਠੀਕ ਹੈ ਗੱਲ। ਤੁਸੀਂ ਕਰ ਲਓ ਜਿੰਨੇ ਇਕੱਠੇ ਕਰਨੇ ਆ,
ਹਾਲੇ ਸਿਰਸੇ ਵਾਲੇ ਦੇ ਨੇੜੇ ਤੇੜੇ ਤੁਸੀਂ ਹੈ ਨਹੀਂ। ਇਹ ਤਾਂ ਯਾਨੀ ਸਾਡੇ ਸਾਹਮਣੇ ਦੀਆਂ ਐਗਜ਼ਾਮਪਲਾਂ ਪਈਆਂ, ਠੀਕ ਹੈ। ਆਪਾਂ ਮੋਟਰਸਾਈਕਲ ਤੱਕ ਤੇ ਪਹੁੰਚ ਗਏ ਆ ਮੈਂ ਸਿਰਸੇ ਵਾਲੇ ਵਾਂਗ। ਹਾਂ ਚਲੋ, ਹਾਂਜੀ ਮੇਰੇ ਖਿਆਲ 'ਚ ਕਾਫੀ ਆਪਣਾ ਸਮਾਂ ਹੋ ਗਿਆ। ਸੋ ਇਸ ਕਰਕੇ ਭਾਈ ਅਸੀਂ ਉਹ ਗੱਲਾਂ ਪੁਰਾਣੀਆਂ ਤਾਂ ਕਰਦੇ ਹਾਂ ਕਿ ਉਦੋਂ ਦੀਆਂ ਜਿਹੜੀਆਂ ਤੁਸੀਂ ਦੇਖ ਲਓ ਵੀ ਉੱਥੋਂ ਤੋਂ ਲੈ ਕੇ ਦੁਸ਼ਮਣ ਆਪਣੇ ਜਿਹੜੇ ਇਰਾਦਿਆਂ ਦੇ ਵਿੱਚ ਜਿਹੜਾ ਉਹ ਸਫਲ ਕਿਸ ਤਰੀਕੇ ਨਾਲ ਹੋਇਆ, ਤੇ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਫੇਲ ਕਿਸ ਤਰੀਕੇ ਦੇ ਨਾਲ ਹੋਈ ਹੈ, ਸਾਰੀ ਜਿਹੜੀ ਨਜ਼ਰ ਹੈ ਜਦੋਂ ਅਸੀਂ ਇਹ ਡਾਕੂਮੈਂਟ ਕੀਤੀਆਂ ਚੀਜ਼ਾਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਲੱਗ ਜਾਂਦੀ ਹੈ ਕਿ ਉਦੋਂ ਦੁਸ਼ਮਣ ਦਾ ਟੀਚਾ ਸੀ ਕਿ ਇਹਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ, ਜਾਂ ਉਹ ਸਾਡੀ ਲੀਡਰਸ਼ਿਪ ਨੂੰ ਇਲਮ ਸੀ, ਤੇ ਇਸ ਕਰਕੇ ਉਹ ਉਹਦੇ ਪ੍ਰੀਵੈਂਟ ਵਜੋਂ ਕਹਿ ਰਹੇ ਤੇ ਅਸੀਂ ਬਚਾਉਣਾ ਇਹਨੂੰ, ਤੇ ਉਹ ਆਪਣੇ ਟੀਚੇ ਦੇ ਵਿੱਚ ਸਫਲ ਹੋ ਗਿਆ। ਅੱਜ ਦੇਖ ਲਓ ਵੀ ਨਸ਼ਿਆਂ ਦੀ ਹਾਲਤ ਕਿਆ ਹੈ, ਤੇ ਉਹਦੇ ਬਾਅਦ ਚ ਉਹੀ ਲੀਡਰਸ਼ਿਪ ਜਿਹੜੀ ਉਹ ਕਿਸੇ ਸਮੇਂ ਕਹਿੰਦੀ ਸੀ, ਉਹੀ ਜਥੇਬੰਦੀ ਦੀ ਲੀਡਰਸ਼ਿਪ, ਉਹੀ ਜਥੇਬੰਦੀ ਦੇ ਰਾਹੀਂ ਉਹਨਾਂ ਨੇ ਉਹ ਸਾਰੇ ਜਿਹੜੇ ਏਜੰਡੇ ਆ ਉਹ ਵਿਪਰ ਨੇ ਲਾਗੂ ਕਰਾਤੇ। ਹੁਣ ਇਹੀ ਗੱਲ ਧਾਰਮਿਕ ਉਹਦੇ ਅੰਦਰ ਹੈ ਵੀ ਜਿਹੜੇ ਬੰਦੇ ਅੱਜ ਤੱਕ ਕਹਿੰਦੇ ਵੀ ਡੇਰੇਦਾਰੀ ਨੇ ਕੌਮ ਨੂੰ ਦੁਫਾੜ ਕਰਤਾ, ਕੌਮ ਦੇ ਵਿੱਚ ਵੱਖਰੀਆਂ ਧਾਰਾਵਾਂ ਪੈਦਾ ਕਰ ਦਿੱਤੀਆਂ, ਸਾਡੀ ਕੌਮੀ ਜਿਹੜੀ ਸ਼ਕਤੀ ਆ ਉਹਨੂੰ ਖੇਰੂ ਕਰਤਾ, ਅੱਜ ਉਹੀ ਡੇਰੇਦਾਰਾਂ ਨੂੰ ਭਾਈ ਕਹਿ ਕੇ ਉਹੀ ਏਜੰਡਾ ਫਿਰ ਪੁਸ਼ ਕਰਿਆ ਜਾ ਰਿਹਾ। ਇਹ ਸਾਹਮਣੇ ਸਾਨੂੰ ਨਜ਼ਰ ਆ ਰਿਹਾ, ਸਾਡੇ ਸਾਹਮਣੇ ਹੋ ਰਿਹਾ। ਨਾਲੇ ਇੱਕ ਜਿਹੜੀ ਗੱਲ ਆ ਵਿਚਾਰਨੇ ਵਾਲੀ ਵੀ ਜਦੋਂ ਟੀਚਾ ਮਿੱਥਿਆ ਜਾਂਦਾ ਜੀ, ਉਹ ਤੋਂ ਬਾਅਦ ਵਾਲੀਆਂ ਜਨਰੇਸ਼ਨਾਂ ਜਾਂ ਉਸ ਤੋਂ ਬਾਅਦ ਵਾਲੇ ਲੀਡਰਾਂ ਦਾ ਇਹ ਡਿਊਟੀ ਹੁੰਦੀ ਆ ਉਹਨਾਂ ਦੀ ਭਈ ਉਹ ਸਮੇਂ ਦੇ ਉੱਤੇ ਉਹਨਾਂ ਦੀ ਪੜਚੋਲ ਕਰਦੇ ਰਹਿਣ ਤੇ ਇਹ ਦੇਖਣ ਭਈ ਉਹੀ ਟੀਚੇ ਦੇ ਨੇੜੇ ਪਹੁੰਚੇ ਆ ਕਿ ਦੂਰ ਪਹੁੰਚੇ ਆ। ਜੀ, ਇੱਥੇ ਤੇ ਟੀਚਾ ਹੀ ਕਿਸੇ ਨੂੰ ਚੇਤੇ ਨਹੀਂਗਾ। ਹਾਂ ਬਿਲਕੁਲ, ਦੂਰ ਨੇੜੇ ਤੇ ਅਸੀਂ ਕੀ ਦੂਰ ਨੇੜੇ ਤਾਂ ਅਸੀਂ ਕੀ ਜਾਣਾ, ਹਾਲ ਤੱਕ ਦਾ ਟੀਚਾ ਹੀ ਭੁੱਲ ਗਏ। ਹਾਂ, ਟੀਚੇ ਹੀ ਨਹੀਂ, ਔਰ ਟੀਚੇ ਬਣਨੇ ਨਹੀਂ ਦਿੱਤੇ ਜਾ ਰਹੇ। ਬਹੁਤ ਚਿੰਤਾ ਦਾ ਵਿਸ਼ਾ ਇਹ ਸਾਡੇ ਲਈ। ਸੋ ਇੱਥੇ ਮੇਰੇ ਖਿਆਲ ਚ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਆ ਉਹ ਸਮਾਪਤੀ ਕਰਦੇ ਹਾਂ ਜੀ। ਅਗਲੇ ਹਫਤੇ ਆਪਾਂ ਇਹਨੂੰ ਜਿਹੜਾ ਲੜੀਵਾਰੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਰੱਖੂਗੇ। ਸਾਡੇ ਕੋਲੋਂ ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਥੇ ਹੀ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।